ਸਮਰਥ ਗੁਰੂ ਸਿਰ ਹੱਥ ਧਰਿਓ। ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜਿਸ ਦੇਖ ਚਰਨ ਅਗਨ ਹਰਿਓ। ਨਿਸਬਾਸਰ ਏਕ ਸਮਾਨ ਧਿਆਨ। ਸੁਨਾਮ ਸੁਣੈ ਸੁਤ ਭਾਨ ਡਰਿਓ। ਭਨ ਦਾਸ ਸੁਆਸ ਜਗਤ ਗੁਰੂ ਕੀ। ਪਾਰਸ ਭੇਟ ਪਰਸ ਕਰਿਓ। ਰਾਮਦਾਸ ਗੁਰੂ ਹਰ ਸਤ ਕੀਓ। ਸਮਰਥ ਗੁਰੂ ਸਿਰ ਹੱਥ ਧਰਿਓ। ਇਕ ਅਰਦਾਸ ਪਾਠ ਕੀਰਤ ਕੀ। ਗੁਰ ਰਾਮਦਾਸ ਰਾਖੋ ਸ਼ਰਨਾਈ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਿਲਾ ਚੌਥਾ। ਸਭ ਕੋਈ ਹੈ ਖਸਮ ਕਾ, ਖਸਮੋ ਸਭ ਕੋ ਹੋਏ। ਹੁਕਮ ਪਛਾਣੈ ਖਸਮ ਕਾ, ਤਾਂ ਸੱਚ ਪਾਵੈ ਕੋਈ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਪਰਮ ਸਨਮਾਨਯੋਗ ਸਤਸੰਗੀ ਜਨੋ, ਆਪ ਸਾਰੇ ਹੀ ਗੁਰੂ ਦਰਬਾਰ ਵਿਖੇ ਜੀਉ ਆਇਆਂ ਨੂੰ ਇਸਤਿਕਬਾਲ ਹੈ ਆਪ ਸਾਰੀਆਂ ਸੰਗਤਾਂ ਦੇ ਚਰਨਾਂ 'ਚ। ਜਿਨੇ ਆਪ ਘਰ ਬੈਠੇ ਸੱਚੇ ਪਾਤਸ਼ਾਹ ਹਜ਼ੂਰ ਜੀ ਦੀ ਬਾਣੀ ਦਾ ਇਹ ਆਨੰਦਮਈ ਮਹਾਯੱਗ ਸਮਾਗਮ ਨਿਤਾ ਪ੍ਰਤੀ ਰੋਜ਼ ਸਰਵਣ ਕਰ ਰਹੇ ਹੋ, ਉੱਥੇ ਆਪ ਸੰਗਤ ਰੋਜ਼ ਦੇ ਨੇਮ ਅਨੁਸਾਰ ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ ਕੀਤੇ ਹੋਏ ਖਜ਼ਾਨਿਆਂ ਵਿੱਚੋਂ ਅੰਮ੍ਰਿਤ ਬਾਣੀ ਸਾਰੰਗ ਕੀ ਵਾਰ ਚੱਲ ਰਹੀ ਹੈ। ਔਰ ਇਹ ਸਲੋਕ ਵੀ ਦੋਨੋਂ ਇਸ ਪੌੜੀ ਦੇ ਨਾਲ ਜਿਹੜੀ 18ਵੀਂ ਪੌੜੀ ਅੱਜ ਆਰੰਭ ਕਰਨੀ ਹੈ, ਇਹ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਲੋਕ ਨੇ। ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਿੱਥੇ ਰੂਹਾਨੀਅਤ ਦੀ ਵਰਖਾ ਕੀਤੀ ਹੈ, ਜਿਨ੍ਹਾਂ ਦੇ ਅੱਖਾਂ ਵਿੱਚੋਂ ਪ੍ਰੇਮ ਦਾ ਨੀਰ ਵਰਸਿਆ ਪਾਰਬ੍ਰਹਮ ਪਰਮੇਸ਼ਵਰ ਦੀ ਬੰਦਗੀ ਦਾ, ਉੱਥੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਮਨੁੱਖੀ ਫਰਜ਼ਾਂ ਨੂੰ ਨਿਭਾਉਣ ਵਾਸਤੇ ਵੀ ਮਨੁੱਖੀ ਜ਼ਾਤ ਨੂੰ ਯਤਨਸ਼ੀਲ ਹੋਣ ਦਾ, ਉਦਮ ਭਰਿਆ ਕਾਰਜ ਕਰਨ ਦਾ ਇਹ ਹੁਕਮ ਕੀਤਾ ਹੈ। ਨਾਲ ਫਿਰ ਮਹਾਰਾਜ ਜੀ ਨੇ ਕਿਸੇ ਇੱਕ ਖਾਸ ਕਿਸਮ ਦੀ ਜਾਤ ਨਹੀਂ, ਤੇਲੀਆਂ ਨੂੰ, ਲੋਹਾਰਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੋਂ ਤੱਕ ਸੁਨਿਆਰਿਆਂ ਨੂੰ, ਇੱਥੋਂ ਤੱਕ ਮਸਾਲੇ ਵਾਲਿਆਂ ਨੂੰ, ਪੀਸਣ ਵਾਲਿਆਂ ਨੂੰ, ਵੇਚਣ ਵਾਲਿਆਂ ਨੂੰ, ਹਰ ਤਰ੍ਹਾਂ ਦੇ ਕਾਰੋਬਾਰੀ ਭਾਵ 52 ਕਿਸਮ ਦੇ ਕਾਰੋਬਾਰੀਆਂ ਨੂੰ ਸਤਿਗੁਰੂ ਜੀ ਨੇ ਅੰਮ੍ਰਿਤਸਰ ਦੀ ਧਰਤੀ 'ਤੇ ਵਸਾਇਆ। ਅੱਜ ਦੇ ਜਿਹੜੇ ਸਲੋਕ ਤੇ ਪੌੜੀਆਂ ਨੇ, ਗੁਰੂ ਰਾਮਦਾਸ ਜੀ ਕਹਿੰਦੇ ਕਿ ਇਕੱਲਾ ਖਸਮ ਚੌਕੜਾ ਮਾਰ ਕੇ ਪਹਾੜਾਂ ਦੀ ਕੰਦਰਾਂ ਵਿੱਚ ਬੈਠ ਕੇ ਨਹੀਂ ਮਿਲਦਾ। ਜੇ ਸਿੱਖ ਆਪਣੇ ਫਰਜ਼ ਨੂੰ ਨਿਭਾਏ, ਕਿਰਤੀ ਹੋਏ, ਮਸ਼ੱਕਤ ਕਰੇ, ਰੱਜ ਕੇ ਮਸ਼ੱਕਤ ਕਰੇ, ਉਹ ਆਪਣੀ ਕਿਰਤ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਨੂੰ ਚੇਤੇ ਕਰਕੇ 10 ਨੋਆਂ ਦੀ ਕਿਰਤ ਕਰਕੇ ਪੈਸੇ ਕਮਾਏ ਤੇ ਫਿਰ ਕੁਛ ਭਲਾ ਸਿਰਜੇ ਸਮਾਜ ਦਾ ਉਸ ਪੈਸਿਆਂ ਤੋਂ। ਮਹਾਰਾਜ ਕਹਿੰਦੇ ਉਹ ਸਾਨੂੰ ਸਭ ਤੋਂ ਚੰਗਾ ਲੱਗਦਾ ਸਿੱਖ, ਉਹ ਸਾਡੇ ਲਈ ਸਭ ਤੋਂ ਪਿਆਰਾ ਸਿੱਖ ਹੈ। ਇਸ ਕਰਕੇ ਮਹਾਰਾਜ ਜੀ ਨੇ ਪ੍ਰੋਹਿਤ ਦਾ ਥਾਲ ਜਦ ਗੁਰੂ ਅਰਜਨ ਸਾਹਿਬ ਨੇ ਕੱਢਿਆ ਨਾ, ਕਹਿੰਦੇ ਕਿ ਇੱਥੇ ਗੁਰੂ ਰਾਮਦਾਸ ਜੀ ਦੇ ਇਸ ਮੁਕੱਦਸ ਦਰਬਾਰ 'ਤੇ ਕੋਈ ਵਿਭੂਤੀ ਮਲਣ ਵਾਲਾ, ਕੋਈ ਬਾਹਰ ਦੇ ਭੇਖ ਧਾਰਨ ਵਾਲਾ, ਉਹ ਗੁਰੂ ਘਰ ਦਾ ਪੁਰੋਹਿਤ ਨਹੀਂ ਹੋ ਸਕਦਾ। ਇੱਥੇ ਤੇ ਮਸ਼ੱਕਤ ਕਰਨ ਵਾਲਾ ਕਿਰਤੀ ਸਿੱਖ ਹੀ ਸਾਡੇ ਘਰ ਦਾ ਪੁਰੋਹਿਤ ਹੋ ਸਕਦਾ। ਹਮਰਾ ਪੁਰੋਹਿਤ ਭਾਈ ਬੰਨੂ, ਕਿ ਸਾਡਾ ਪੁਰੋਹਿਤ ਘਰ ਦਾ ਭਾਈ ਬੰਨੂ ਹੈ ਜਿਹੜਾ ਕਿਰਤੀ ਹੈ, ਕਿਰਤ ਕਰਦਾ, ਦਸਵੰਤ ਦਿੰਦਾ ਭਲਾ। ਬਸ ਸਤਿਗੁਰੂ ਜੀ ਕਹਿੰਦੇ ਕਿ ਖਸਮ ਹਰ ਵਿੱਚੋਂ ਦਿਸਣਾ ਸ਼ੁਰੂ ਹੋ ਜਾਂਦਾ।
ਹਰ ਇੱਕ ਵਿੱਚੋਂ। ਜੇ ਪਹਾੜਾਂ ਦੀ ਕੰਦਰਾਂ ਵਿੱਚ ਬੈਠ ਜਾਈਏ, ਆਪਣੇ ਆਪ ਨੂੰ ਹਉਮੈ ਕਰਕੇ ਵੱਡਾ ਜਾਣੀਏ ਤੇ ਦੂਜਿਆਂ ਨੂੰ ਅਸੀਂ ਨਿੰਦੀਏ ਕਿ ਨਹੀਂ ਜੇ ਅਸੀਂ ਬੰਦਗੀ ਕੀਤੀ ਉਹਨੇ ਨਹੀਂ ਕੀਤੀ। ਆਓ ਜੀ ਇਹਨਾਂ ਬਚਨਾਂ ਨੂੰ ਵਿਚਾਰੀਏ। ਬਖਸ਼ੋ ਅਸੀਂ ਸਾਰੇ ਹੀ ਇੱਕ ਵਾਰੀ ਫਿਰ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕੱਲ ਅਸੀਂ ਇਹ ਬਚਨ ਵਿਚਾਰਿਆ ਸੀ, ਮਹਾਰਾਜ ਜੀ ਗੁਰੂ ਰਾਮਦਾਸ ਜੀ ਨੇ ਕਿਹਾ ਸੀ ਕਿ ਸੱਪ ਨੂੰ ਜੇ ਦੁੱਧ ਵੀ ਪਿਲਾਈਏ ਤੇ ਸੱਪ ਨੇ ਮੁੜ ਕੇ ਡੰਗ ਮਾਰਨਾ ਹੀ ਮਾਰਨਾ। ਇਸੀ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਮਨ ਅੰਦਰੋਂ ਮੈਲਾ ਹੈ ਨਾ, ਉਹਨੂੰ ਖਸਮ ਨਹੀਂ ਦਿਸ ਸਕਦਾ। ਕਿੱਥੇ ਹੈ ਖਸਮ, ਕਿੱਥੇ ਹੈ ਵਾਹਿਗੁਰੂ। ਉਹਨੇ ਸਦਾ ਹੀ ਆਪਣਾ ਜੀਵਨ ਇਉਂ ਹੀ ਬਤੀਤ ਕਰਨਾ ਹੈ, ਕਿੱਥੇ ਕੋਈ ਰੱਬ ਨਹੀਂ, ਕਿੱਥੇ ਕੋਈ ਰੱਬ ਨਹੀਂ। ਪਰ ਜਿਹੜਾ ਪਾਰਬ੍ਰਹਮ ਪਰਮੇਸ਼ਵਰ ਦੇ ਭਾਵ ਨੂੰ ਕਬੂਲ ਕਰਦਾ, ਉਹ ਇਹ ਨਹੀਂ ਕਹਿੰਦਾ ਕਿ ਰੱਬ ਕਿੱਥੇ ਹੈ। ਉਹ ਇਹ ਕਹਿੰਦਾ ਕੋਈ ਐਸਾ ਥਾਂ ਮੈਨੂੰ ਦਿਖਾਓ ਜਿੱਥੇ ਰੱਬ ਨਹੀਂ ਹੈ। ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ ਫਰੀਦਾ, ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੀ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾਹੇ। ਸ਼ਲੋਕ ਮਹੱਲਾ ਚੌਥਾ। ਸਭ ਕੋਈ ਹੈ ਖਸਮ ਕਾ, ਖਸਮੋਂ ਸਭ ਕੋ ਹੋਏ। ਸਾਰਾ ਕੁਝ ਖਸਮ ਦਾ ਬਣਾਇਆ ਹੋਇਆ ਤੇ ਸਾਰੇ ਕੁਝ ਦੇ ਵਿੱਚ ਖਸਮ ਹੀ ਹੈ। ਜੇ ਅਸੀਂ ਕਹੀਏ ਰੱਬ ਕਿੱਥੇ ਹੈ ਤੇ ਕਿੱਥੇ ਨਹੀਂ ਹੈ, ਕੋਈ ਐਸੀ ਥਾਂ ਨਹੀਂ ਹੈ ਜਿੱਥੇ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਵਰ ਮੌਜੂਦ ਨਹੀਂ ਹੈ। ਸਭ ਦੇ ਵਿੱਚ ਹੈ, ਖਲਕਤ ਦੇ ਵਿੱਚ ਮੌਜੂਦ ਹੈ। ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਹੇ। ਇਹਦਾ ਮਤਲਬ ਕਿ ਖਾਲਕ ਖਲਕ ਮੈਂ, ਖਲਕ ਦੇ ਵਿੱਚ ਖਲਕਤ ਦਾ ਮਾਲਕ ਖਾਲਕ ਬੈਠਾ ਹੋਇਆ। ਇਹਦੇ ਵਿੱਚ ਕੋਈ ਭੇਤ ਨਹੀਂ ਕਰ ਸਕਦਾ। ਹੁਕਮ ਪਛਾਣੈ ਖਸਮ ਕਾ ਤਾਂ ਸੱਚ ਪਾਵੈ ਕੋਏ। ਕੋਈ ਵਾਹਿਗੁਰੂ ਜੀ ਦਾ ਹੁਕਮ, ਜਿਹੜੀ ਸਾਰੀ ਕੁਦਰਤ ਹੁਕਮ ਦੇ ਵਿੱਚ ਹੈ। ਦਿਨ ਹੁਕਮ 'ਚ, ਰਾਤ ਹੁਕਮ 'ਚ, ਰੁੱਖ। ਕੱਲ ਵੀ ਇਹ ਜ਼ਿਕਰ ਕੀਤਾ ਸੀ, ਗੁਰੂ ਨਾਨਕ ਸਾਹਿਬ ਕਹਿੰਦੇ ਕਿ ਮੈਂ ਇੱਥੇ ਰੱਬ ਦਾ ਢਾਡੀ ਬਣ ਕੇ ਆਇਆ ਸਿਫਤ ਸਲਾਹ ਕਰਨ। ਕਹਿੰਦੇ ਫਿਰ ਕਹਿੰਦੇ ਹੁਣ ਸਿਫਤ ਸਲਾਹ ਕਰਨੀ ਹੈ। ਮਹਾਰਾਜ ਜੀ ਜਦ ਸਿਫਤ ਸਲਾਹ ਕਰਨ ਬੈਠੇ ਨੇ ਤੇ ਕਹਿੰਦੇ ਮੈਂ ਤੇ ਸੋਚਿਆ ਮੈਨੂੰ ਰੱਬ ਨੇ ਸਿਫਤ ਸਲਾਹ ਕਰਨ ਭੇਜਿਆ, ਪਰ ਇੱਥੇ ਤੇ ਧੂਫ ਮਲੇ ਆਨ ਲੋ ਪਵਨ ਚਬਰੂ ਕਰੇ ਸਗਲ ਮਨ ਰਾਏ ਫੁਲੰਤ ਜੋਤੀ। ਮਹਾਰਾਜ ਵਾਹ, ਵਾਹਿਗੁਰੂ ਕੌਣ ਤੇਰੀ ਸਿਫਤ ਸਲਾਹ ਨਹੀਂ ਕਰ ਰਿਹਾ। ਰੁੱਖ ਤੈਨੂੰ ਗਾ ਰਿਹਾ, ਬਿਰਖ ਤੈਨੂੰ ਗਾ ਰਿਹਾ, ਪੱਤੇ ਤੈਨੂੰ ਗਾ ਰਿਹਾ, ਹਵਾਵਾਂ ਤੈਨੂੰ ਗਾ ਰਹੀਆਂ ਨੇ। ਇੱਥੇ ਬਿਸੀਅਰ ਵਰਗੇ, ਸੱਪ ਵਰਗੇ ਵੀ ਤੈਨੂੰ, ਇੱਥੇ ਜੀਵ ਜੰਤ ਵੀ, ਅੰਡਰ ਜੇਰਜ ਸੇਤਜ ਉਤਪਜ। ਇਹੀ ਗੁਰੂ ਰਾਮਦਾਸ ਜੀ ਸਮਝਾਉਣਾ ਚਾਹੁੰਦੇ ਨੇ ਕਿ ਸਾਰੀ ਸ੍ਰਿਸ਼ਟੀ ਹੁਕਮ 'ਚ ਹੈ, ਇੱਕ ਸਾਡੀ ਮਤ ਹੁਕਮ ਤੋਂ ਬਾਹਰ ਹੈ ਤੇ ਤਾਂ ਸਾਨੂੰ ਖਲਕਤ 'ਚ ਰੱਬ ਨਹੀਂ ਦਿਸਦਾ। ਨਹੀਂ ਤੇ ਇੱਥੇ ਤੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਉਹ ਵੀ ਆਪਣੇ ਪ੍ਰੀਤਮ ਦੇ ਬਿਰਹੋਂ 'ਚ ਗਾ ਰਹੀ ਹੈ। ਚਿੜੀ ਚੌਕੀ ਪੌ ਫੁੱਟੀ, 2 ਵਾਰ ਚਿੜੀ ਲਫ਼ਜ਼ ਆਇਆ ਬਾਣੀ 'ਚ। ਵਗਨ ਬਹੁਤ ਧਰੰਗ, ਉਹ ਵੀ ਗਾ ਰਹੀ ਹੈ। ਇੱਥੇ ਤੇ ਹਰ ਕੋਈ ਉਸ ਪਾਰਬ੍ਰਹਮ ਪਰਮੇਸ਼ਵਰ ਨੂੰ ਗਾ ਰਿਹਾ ਹੈ, ਪਰ ਇੱਕ ਹੁਕਮ ਨੂੰ ਪਛਾਣਨ ਨਾਲ ਹੀ ਉਸ ਖਲਕਤ ਵਿੱਚੋਂ ਖਾਲਕ ਦੀ ਸੋਝੀ ਮਿਲਦੀ ਹੈ ਜੀ। ਗੁਰਮੁਖ ਆਪ ਪਛਾਣੀਐ ਬੁਰਾ ਨ ਦੀਸੈ ਕੋਏ, ਨਾਨਕ ਗੁਰਮੁਖ ਨਾਮ ਧਿਆਈਐ ਸਹਿਲਾ ਆਇਆ ਸੋਏ। ਸਿੱਖ ਦੀ ਸਭ ਤੋਂ ਵੱਡੀ ਕਮਾਈ ਇਹ ਹੈ ਕਿ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੇ, ਅਵਗੁਣ ਕੋ ਨਾ ਚਿਤਾਰਦਾ। ਮੈਲੇ ਬੰਦੇ ਦਾ ਵੀ ਅਵਗੁਣ ਨਾ ਚਿਤਾਰੇ। ਗੁਰਮੁਖ ਆਪ ਪਛਾਣੀਐ, ਆਪਣਾ ਆਪ ਪਛਾਣ ਲਿਆ ਜਿਹਨੇ, ਬੁਰਾ ਨਾ ਦਿਸੈ ਕੋਈ, ਉਹਨੂੰ ਦੂਜਾ ਕੋਈ ਬੁਰਾ ਨਹੀਂ ਦਿਸੇਗਾ। ਉਹ ਕਹੇਗਾ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ। ਸਾਰੇ ਮੇਰੇ ਤੋਂ ਚੰਗੇ ਨੇ, ਸਭ ਤੋਂ ਬੁਰਾ ਤੇ ਮੈਂ ਕਿਉਂਕਿ ਆਪਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇ। ਵੇਖ ਲਿਆ ਆਪਣਾ ਅੰਦਰ ਕਿੰਨੇ ਅਵਗੁਣਾਂ ਦੇ ਭਰੇ ਹੋਏ ਆ। ਬਸ ਦੂਜਾ ਜਦ ਬੁਰਾ ਇਨਸਾਨ ਵੀ ਬੁਰਾ ਲੱਗਣਾ ਨਹੀਂ ਜਾਪਦਾ ਨਾ, ਗੁਰੂ ਰਾਮਦਾਸ ਕਹਿੰਦੇ ਫਿਰ ਸਮਝੋ ਮੈਂ ਤੁਹਾਨੂੰ ਘੁੱਟ ਕੇ ਜੱਫਾ ਪਾ ਲਿਆ। ਬਸ ਇਹ ਸਮਝੋ ਗੁਰੂ ਰਾਮਦਾਸ ਜੀ ਦਾ ਉਹਨੂੰ ਜੱਫਾ ਮਿਲ ਗਿਆ। ਉਹਨੂੰ ਉਹਦੇ ਸਿਰ ਦੇ ਉੱਤੇ ਗੁਰੂ ਰਾਮਦਾਸ ਜੀ ਦੀ ਖੁਸ਼ੀਆਂ ਨੇ, ਪਿਆਰ ਹੈ, ਜਿਹਨੂੰ ਦੁਸ਼ਮਣ ਵੀ ਨਾ ਲੱਗੇ ਕੋਈ। ਉਹ ਇੱਕੋ ਹੀ ਰੂਪ ਦੇ ਵਿੱਚ ਨਾਨਕ ਗੁਰਮੁਖ ਨਾਮ ਧਿਆਈਐ ਸਹਿਲਾ ਆਇਆ ਸੋਈ। ਉਹਦਾ ਆਇਆ ਸਫਲ ਹੈ ਜਿਹਨੇ ਪਾਰਬ੍ਰਹਮ ਪਰਮੇਸ਼ਵਰ ਦੇ ਹਰ ਇੱਕ ਬਣਾਏ ਹੋਏ ਖਲਕਤ ਦੇ ਵਿੱਚ ਉਹਨੂੰ ਹੀ ਜਾਣਿਆ। ਉਹਨੇ ਕਿਹਾ ਮੈਂ ਮੰਦਾ ਕਿਸ ਨੂੰ ਆਖਾਂ, ਉਹੀ ਸਭ ਕੁਛ ਹੈ, ਤੂੰ ਹੀ ਹੈ ਜੀ। ਮਹਿਲਾ ਚੌਥਾ। ਸਭਨਾ ਦਾਤਾ ਆਪ ਹੈ, ਆਪੇ ਮੇਲਣ ਹਾਰ, ਨਾਨਕ ਸ਼ਬਦ ਮਿਲੇ ਨਾ ਵਿਛੜੈ, ਜਿਨਾ ਸੇਵਿਆ ਹਰ ਦਾਤਾਰ। ਮਹੱਲਾ ਚੌਥਾ। ਗੁਰੂ ਰਾਮਦਾਸ ਜੀ ਦਾ ਇਹ ਬਚਨ ਹੈ, ਸਭਨਾ ਦਾਤਾ ਆਪ ਹੈ, ਉਹ ਸਭ ਕੁਛ ਦੇਣ ਵਾਲਾ ਹੈ। ਗੁਰੂ ਰਾਮਦਾਸ ਜੀ ਦਾ ਬਚਨ ਹੈ ਕਿ ਇੱਕ ਦਾਤਾ ਸਭ ਜਗਤ ਭਿਖਾਰੀਆ, ਸਭ ਜਾਚੈ ਹਰ ਮੰਗ ਮੰਗਣਾ। ਇੱਥੇ ਕੋਈ ਦਾਨ ਨਹੀਂ ਦੇ ਸਕਦਾ ਅਸੀਂ ਕਹੀਏ ਕਿ ਫਲਾਣੇ ਨੇ ਦਾਨ ਦਿੱਤਾ, ਉਹਨੇ ਦਾਨ ਦਿੱਤਾ। ਦਾਤਾ ਉਹ ਹੈ, ਅਸੀਂ ਭੇਟ ਦੇ ਸਕਦੇ ਹਾਂ ਰੁਮਾਲੇ 'ਚ ਢੱਕ ਕੇ।
ਦਾਨ ਨਹੀਂ ਅਸੀਂ ਦੇ ਸਕਦੇ। ਉਹੀ ਦਾਤਾ ਹੈ, ਉਹੀ ਮਿਲਾਉਣ ਵਾਲਾ। ਨਾਨਕ ਸ਼ਬਦ ਮਿਲੇ ਨਾ ਵਿਛੜੈ। ਜਿਹੜਾ ਮਿਲ ਗਿਆ ਨਾ, ਜਿਹਨੇ ਭਗਤੀ ਕਰ ਲਈ, ਜਿਹਨੇ ਸੱਚੀ ਮੁੱਚੀ ਭਗਤੀ ਕਮਾ ਲਈ, ਜਿਹਨੂੰ ਬਾਣੀ ਦਾ ਬਚਨ ਹੈ ਕਿ ਐਸੇ ਮਰਜੀਵੜੇ ਨੇ ਜਿਨ੍ਹਾਂ ਨੇ ਮਨ ਦੇ ਵਿੱਚ ਸ਼ਬਦ ਨੂੰ ਵਸਾ ਲਿਆ। ਹਾਂ, ਵਾਕਈ ਉਹ ਮਰਜੀਵੜੇ ਨੇ, ਕਿਉਂਕਿ ਮਨ ਦੇ ਅੰਦਰੋਂ ਜਿੰਨਾ ਚਿਰ ਤੱਕ ਕੂੜ ਕਬਾੜ ਨਹੀਂ ਮਰੇਗਾ ਉਹਨਾਂ ਚਿਰ ਤੱਕ ਸ਼ਬਦ ਨਹੀਂ ਵਸੇਗਾ। ਤੇ ਉਹਨੂੰ ਕਿਹਾ ਭਗਤ ਜਿਹੜੇ ਨੇ ਨਾ ਉਹ ਜਿਉਂਦੇ ਨੇ, ਉਹ ਸਦਾ ਹੀ ਮਰਜੀਵੜੇ ਨੇ। ਔਰ ਗੁਰਮੁਖ ਭਗਤ ਸਦਾ ਹੋਏ, ਉਹਨਾਂ ਨੇ ਹੀ ਪਾਰ ਬ੍ਰਹਮ ਪਰਮੇਸ਼ਵਰ ਦੀ ਬੰਦਗੀ ਕੀਤੀ ਹੈ। ਕਹਿੰਦੇ ਉਹਨਾਂ ਕੋ ਤੁਰ ਭਗਤ ਖਜ਼ਾਨਾ ਬਖਸ਼ਿਆ, ਮੇਟ ਨਾ ਸਕੈ ਕੋਈ ਉਹਨਾਂ ਤੋਂ ਖੋ ਨਹੀਂ ਸਕਦਾ। ਕਿਉਂ? ਨਾਨਕ ਗੁਰਮੁਖ ਮਿਲ ਰਹਾ ਹੈ, ਫਿਰ ਵਿਛੋੜਾ ਕਦੇ ਨਾ ਹੋਏ। ਜਦ ਸ਼ਬਦ ਨਾਲ ਮਨ ਮਿਲ ਜਾਂਦਾ, ਸੋਨੇ ਕੀ ਸੂਈ ਰੂਪੇ ਕਾ ਧਾਗਾ, ਨਾਮੇ ਕਾ ਚਿਤ ਹਰ ਸਿਉ ਲਾਗਾ। ਮਹਾਰਾਜ ਕਹਿੰਦੇ ਫਿਰ ਉਹ ਮਿਲਾਪ ਦਾ ਵਿਛੋੜਾ ਨਹੀਂ ਹੁੰਦਾ। ਨਾਨਕ ਸ਼ਬਦ ਮਿਲੇ ਨਾ ਵਿਛੜੈ, ਜਿਨ੍ਹਾਂ ਸੇਵਿਆ ਹਰ ਦਾਤਾਰ। ਜਿਹਨੇ ਦਾਤੇ ਨੂੰ ਸਿਮਰਿਆ ਉਹ ਕਦੀ ਵਿਛੜਦੇ ਨਹੀਂ। ਪੌੜੀ ਗੁਰਮੁਖ ਹਿਰਦੈ ਸ਼ਾਂਤ ਹੈ, ਨਾਉ ਉਗਵ ਆਇਆ। ਜਪ ਤਪ ਤੀਰਥ ਸੰਜਮ ਕਰੇ, ਮੇਰੇ ਪ੍ਰਭ ਪਾਇਆ। ਬੀਜ ਤੋਂ ਬਿਨਾਂ ਕੋਈ ਚੀਜ਼ ਉਗ ਨਹੀਂ ਸਕਦੀ। ਇਹਦਾ ਮਤਲਬ ਜਿਹੜੀ ਚੀਜ਼ ਉਗੇਗੀ ਉਹਦਾ ਬੀਜ ਪਾਉਣਾ ਪਏਗਾ। ਔਰ ਇਹ ਬੀਜ ਹੈ ਸੰਗਤ 'ਚ ਨਾਮ ਦਾ ਬੀਜ। ਜਦ ਅੰਦਰ ਪ੍ਰਗਟ ਹੋਏਗਾ, ਸੇਵਾ ਬੰਦਗੀ ਪ੍ਰੇਮ ਰੂਪੀ ਇਹ ਬੀਜ ਬੋਇਆ ਜਾਏਗਾ, ਇਹਨੂੰ ਸਿੰਚਿਆ ਜਾਏਗਾ, ਇਹਦੇ ਉੱਤੇ ਸੁਹਾਗਾ ਫੇਰਿਆ ਜਾਏਗਾ। ਮਨਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਭਾਉ ਕਰਮ ਕਰ ਜਮਸੀ, ਸੇ ਘਰ ਭਾਗਟ ਦੇਖ। ਇਹ ਨਾਮ ਦਾ ਬੀਜ, ਇਹ ਗੁਣ ਨਾਲ ਰਹਿਣ ਵਾਲੇ ਨੇ। ਦੁਨੀਆ ਦੀ ਦੌਲਤ ਸ਼ੌਹਰਤ ਹਰ ਵੇਲੇ ਨਾਲ ਨਹੀਂ ਹੋ ਸਕਦੀ, ਪਰ ਨਾਮ ਸਦਾ ਨਾਲ ਹੋਣ ਵਾਲਾ ਹੈ। ਇਸ ਕਰਕੇ ਸਾਹਿਬ ਜੀ ਪੌੜੀ 'ਚ ਕਹਿੰਦੇ ਗੁਰਮੁਖ ਹਿਰਦੈ ਸ਼ਾਂਤ ਹੈ, ਨਾ ਉਗਵ ਆਇਆ। ਉਹਨਾਂ ਦੇ ਅੰਦਰ ਨਾਮ ਦਾ ਬੀਜ ਪ੍ਰਗਟ ਹੋਇਆ। ਜਪ ਤਪ ਤੀਰਥ ਸੰਜਮ ਕਰੇ। ਤੇ ਜ਼ਮੀਂਦਾਰ ਨੂੰ ਪੁੱਛੋ ਜਿਸ ਵੇਲੇ ਬੀਜ ਪੁੰਗਰਦਾ ਉਹਨੂੰ ਕਿੰਨੀ ਖੁਸ਼ੀ ਹੁੰਦੀ ਹੈ, ਤੇ ਕਿਸੇ ਗੁਰਮੁਖ ਨੂੰ ਪੁੱਛੋ ਜਪਿਆ ਹੋਇਆ ਜਦ ਅੰਦਰ ਗੁਣ ਪੈਦਾ ਕਰਦਾ ਉਹਨੂੰ ਕਿੰਨੀ ਖੁਸ਼ੀ ਮਿਲਦੀ ਹੈ, ਉਹਨੂੰ ਕਿੰਨਾ ਲਾਹਾ ਮਿਲਦਾ ਹੈ। ਜਪ ਤਪ ਤੀਰਥ ਸੰਜਮ ਕਰੇ, ਮੇਰੇ ਪ੍ਰਭ ਭਾਇਆ। ਜਿਹੜਾ ਗੁਰੂ ਰਾਮਦਾਸ ਜੀ ਨੂੰ ਭਾ ਗਿਆ ਨਾ, ਜਿਹੜਾ ਵਾਹਿਗੁਰੂ ਜੀ ਨੂੰ ਭਾ ਗਿਆ, ਉਹਦਾ ਜਪ ਵੀ ਹੋ ਗਿਆ, ਉਹਦਾ ਤਪ ਵੀ ਹੋ ਗਿਆ, ਇੰਦਰੀ ਦੀ ਕਾਬੂ ਕਰਨ ਵਾਲੇ ਸਾਰੇ ਸੰਜਮ, ਸਾਰਾ ਕੁਝ ਵਾਹਿਗੁਰੂ ਨੂੰ ਭਾਉਣ ਦੇ ਵਿੱਚ ਹੀ ਆ ਗਿਆ ਜੀ। ਹਿਰਦਾ ਸ਼ੁੱਧ ਹਰ ਸੇਵਦੇ, ਸੋ ਹੈ ਗੁਣ ਗਾਇਆ। ਮੇਰੇ ਹਰ ਜੀਓ ਏਵੈ ਭਾਵਦਾ, ਗੁਰਮੁਖ ਤਰਾਇਆ। ਗੁਰਮੁਖ ਉਹ ਹੈ ਜਿਹਦਾ ਹਿਰਦਾ ਸ਼ੁੱਧ ਹੈ। ਭਾਂਡੇ ਦੇ ਵਿੱਚ ਦੁੱਧ ਪਾਉਣ ਲੱਗਿਆਂ ਵੀ ਭਾਂਡਾ ਸਾਫ਼ ਕਰਨਾ ਪੈਂਦਾ। ਮੈਲੇ ਭਾਂਡੇ 'ਚ ਦੁੱਧ ਨਹੀਂ ਪੈਂਦਾ। ਤੇ ਹਿਰਦਾ ਸ਼ੁੱਧ ਹੋਏਗਾ ਤੇ ਇਹ ਗੁਣ ਪਾਉਣਗੇ। ਐਵੇਂ ਨਹੀਂ ਅਸੀਂ ਗੱਲਾਂ ਭਾਵੇਂ 100 ਗੱਲਾਂ ਕਰੀ ਜਾਵਾਂ, ਹਿਰਦਾ ਸ਼ੁੱਧ ਨਹੀਂ ਹੈ, ਉਹ ਗੁਰੂ ਜਾਣਦਾ। ਕੋਈ ਇੱਥੇ ਜੱਜ ਨਹੀਂ ਕਰ ਸਕਦਾ ਕਿਸੇ ਦਾ ਕਿੰਨਾ ਸ਼ੁੱਧ ਹੈ, ਕਿਸੇ ਦਾ ਕਿੰਨਾ ਨਹੀਂ ਹੈ, ਕਿਉਂਕਿ ਅਸੀਂ ਉਹ ਦਿਖਾਉਂਦੇ ਹਾਂ ਜੋ ਨਹੀਂ ਆ, ਤੇ ਅਸੀਂ ਉਹ ਲੁਕਾਉਂਦੇ ਹਾਂ ਜੋ ਅਸੀਂ ਹੈਗੇ ਹਾਂ। ਪਰ ਇਹ ਸਭ ਕੁਝ ਜਾਣਨ ਵਾਲਾ ਸੱਚਾ ਗੁਰੂ ਹੈ। ਹਿਰਦਾ ਸ਼ੁੱਧ ਹਰ ਸੇਵਦੇ, ਜਿਹੜੇ ਚੇਤੇ ਕਰਦੇ ਨੇ ਉਹਨਾਂ ਦਾ ਹਿਰਦਾ ਸ਼ੁੱਧ ਹੁੰਦਾ ਹੈ। ਸੋਹ ਹੈ ਗੁਣ ਗਾਇਆ, ਉਹ ਸ਼ੋਭਦੇ ਨੇ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਮੇਰੇ ਹਰ ਜੀਓ ਇਵੇਂ ਭਾਵਦਾ, ਗੁਰਮੁਖ ਗੁਰਮੁਖ ਤਰਾਇਆ। ਮੇਰੇ ਪ੍ਰਭੂ ਨੂੰ ਇਉਂ ਭਾਉਂਦਾ ਹੈ। ਜਿਹੜਾ ਆਪਣਾ ਮਨ ਸ਼ੁੱਧ ਕਰ ਲੇ ਨਾ ਉਹ ਧਰਮੀ ਹੈ। ਬਾਕੀ ਸਾਡੀ ਤਰ੍ਹਾਂ ਗੱਲਾਂ ਬਾਤਾਂ ਕਰਨੀਆਂ, ਇੱਧਰ ਉੱਧਰ ਧਰਮ ਦੀਆਂ ਗੱਲਾਂ, ਇਹ ਸ਼ੁੱਧ ਨਹੀਂ ਹੈ। ਜਿਹਦਾ ਮਨ ਪਵਿੱਤਰ ਹੋ ਗਿਆ, ਜਿਹਦੇ ਮਨ ਦੇ ਅੰਦਰ ਮੈਲ ਨਹੀਂ ਰਹੀ, ਹਉਮੈ ਨਹੀਂ ਰਹੀ, ਵਿਕਾਰ ਨਹੀਂ ਰਹੇ, ਜਿਹਦੇ ਅੰਦਰ ਸੱਚੇ ਗੁਣ ਵਸ ਗਏ, ਇਹੀ ਵਾਹਿਗੁਰੂ ਨੂੰ ਪਾਉਂਦਾ ਹੈ ਜੀ। ਨਾਨਕ ਗੁਰਮੁਖ ਮਿਲਿਆਨ, ਹਰ ਦਰ ਸੋਹਾਇਆ। ਨਾਨਕ ਗੁਰਮੁਖ ਮਿਲਿਆਨ, ਹਰ ਦਰ ਸੋਹਾਇਆ। ਨਾਨਕ ਗੁਰਮੁਖ ਮਿਲਿਆਨ, ਗੁਰੂ ਦੇ ਰਾਹੀਂ ਮਿਲਾਪ ਹੁੰਦਾ ਹੈ, ਹਰ ਦਰ ਸੋਹਾਇਆ। ਵਾਹਿਗੁਰੂ ਜੀ ਦੀ ਦਰ ਤੇ ਜਿਹਦੀ ਸ਼ੋਭਾ ਹੋ ਗਈ, ਫਿਰ ਸਾਰੇ ਜਹਾਨਾਂ ਵਿੱਚ ਉਹਦੀ ਸ਼ੋਭਾ ਹੁੰਦੀ ਹੈ। ਜਿਨ ਨਾਨਕ ਸਤਿਗੁਰ ਸੇਵਿਆ, ਜਨ ਨਾਨਕ ਜਿਨ ਹਰ ਪੂਜਿਆ, ਤਿਨ ਹਰ ਪੂਜ ਕਰਾਵਾ। ਜਿਹਨੇ ਵਾਹਿਗੁਰੂ ਨੂੰ ਪੂਜ ਲਿਆ ਉਹਦੀ ਪੂਜਾ ਸਾਰੇ ਸੰਸਾਰ ਵਿੱਚ। ਪਰ ਕਿਵੇਂ? ਕਿ ਬਾਹਰੋਂ ਰਟਨ ਕਰਨ ਦੇ ਨਾਲ, ਜਾਂ ਵਾਹਿਗੁਰੂ ਵਾਹਿਗੁਰੂ ਬੋਲਣ ਦੇ ਨਾਲ, ਜਾਂ ਫਿਰ ਬਾਹਰ ਧਰਮੀ ਦਿਖਾਵੇ ਕਰਨ ਦੇ ਨਾਲ, ਜਾਂ ਦਾਨ ਦੇਣ ਦੇ ਨਾਲ ਨਹੀਂ। ਹਿਰਦਾ ਸ਼ੁੱਧ ਹੋਣਾ ਚਾਹੀਦਾ ਭਾਈ। ਇਹਨੂੰ ਹੀ ਕਿਹਾ ਮਹਾਰਾਜ ਜੀ ਨੇ ਕਿ ਮਨ ਸੰਪਟ ਜਿਤ ਸਤ ਸਰਨਾਵਣ, ਭਾਵਨ ਪਾਤੀ ਤ੍ਰਿਪਤ ਕਰੇ।
ਕਿ ਤੇਰੇ ਮਨ ਦੇ ਅੰਦਰ ਤੂੰ ਬਾਹਰ ਦੀਆਂ ਪੱਤੀਆਂ ਨਾ ਚੜਾ ਕਿਸੇ ਦੇਵਲ ਨੂੰ, ਤੂੰ ਆਪਣੇ ਮਨ ਨੂੰ ਸੰਪਟ ਕਰ ਲੈ, ਆਪਣੇ ਮਨ ਨੂੰ ਕਾਬੂ ਕਰ ਲੈ। ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋਹ ਮਚੰਦੜੀਆਂ, ਮਚਾਉਣ ਵਾਲੀ ਵਿਕਾਰੀ ਬਿਰਤੀਆਂ ਨੂੰ ਕਾਬੂ ਕਰ ਲੈ। ਬਸ ਇਹੀ ਭਾਵਨਾ ਰੂਪੀ ਤੇਰੀ ਪੱਤੀਆਂ ਰੱਬ ਨੂੰ ਪ੍ਰਵਾਨ ਹੋ ਜਾਣਗੀਆਂ ਕਿ ਤੇਰਾ ਮਨ। ਦੇਖੋ ਕੱਲ ਵੀ ਜ਼ਿਕਰ ਕੀਤਾ ਸੀ, ਹਰਿਆਵਲ ਕਿੰਨਾ ਹੈ ਗੁਰਮਤ ਦੇ ਵਿੱਚ, ਜਿੱਥੇ ਗੁਰੂ ਦਾ ਪੈਰ ਪੈਂਦਾ, ਜਿੱਥੇ ਗੁਰੂ ਬਹਿ ਜਾਂਦਾ। ਗੁਰੂ ਰਾਮਦਾਸ ਜੀ ਕਹਿੰਦੇ ਗੁਰੂ ਦਾ ਬਹਿਣਾ ਵੀ ਹਰਿਆਵਲ ਹੀ ਹੈ। ਇਹ ਵੀ ਪੜ੍ਹਦੇ ਹਾਂ, ਜਿੱਥੇ ਜਾਏ ਬਹਾਏ ਮੇਰਾ ਸਤਿਗੁਰੂ ਸੋ ਥਾਨ। ਪਰ ਕਿਹੋ ਜਿਹਾ ਸੁਹਾਵਾ, ਇਹ ਵੀ ਤੇ ਦੱਸੋ। ਸਾ ਧਰਤੀ ਭਈ ਇਹੋ ਜਿਹਾ ਸੁਹਾਵਾ ਹੈ, ਹਰਿਆਵਲ ਹੋ ਜਾਂਦਾ। ਤੇ ਜਿਹੜਾ ਹਿਰਦਾ ਤੇ ਆਉਂਦਾ ਤੇ ਉਹ ਵੀ ਹਰਿਆਵਲ ਹੋ ਜਾਂਦਾ। ਹਰ ਕਾ ਨਾਮ ਧਿਆਇਕ ਹੈ ਇਹ ਮਹਾਰਾਜ ਕਹਿੰਦੇ ਇਹ ਜੀਵਨ ਹੈ ਭਾਈ, ਸੁੱਕਾ ਜੀਵਨ, ਕਰੁਖਤ ਜੀਵਨ, ਔਖਾ ਜੀਵਨ, ਮੱਥੇ ਤੇ ਤ੍ਰਿਉੜੀਆਂ ਵਾਲਾ ਜੀਵਨ, ਅੱਕਿਆ ਹੋਇਆ ਜੀਵਨ, ਥੱਕਿਆ ਹੋਇਆ ਜੀਵਨ, ਇਹ ਜੀਵਨ ਨਹੀਂ ਹੈ। ਹਰਿਆਵਲ ਵਾਲਾ ਜੀਵਨ ਹੈ, ਖੁਸ਼ੀਆਂ ਵਾਲਾ ਜੀਵਨ ਹੈ। ਨਾਨਕ ਗੁਰਮੁਖ ਮੇਲਿਅਨ ਹਰ ਦਰ ਸੁਹਾਇਆ, ਉਹੀ ਸ਼ੋਭਾ ਪਾਉਂਦਾ ਹੈ ਜੀ। ਸ਼ਲੋਕ ਮਹਿਲਾ ਪਹਿਲਾ। ਧਨਵੰਤਾ ਏਵ ਹੀ ਕਹੈ, ਅਵਰੀ ਧਨ ਕਉ ਜਾਉ। ਨਾਨਕ ਨਿਰਧਨ ਤਿਤ ਦਿਨ, ਜਿਤ ਦਿਨ ਵਿਸਰੈ ਨਾਉ। ਸ਼ਲੋਕ ਮਹੱਲਾ ਪਹਿਲਾ। ਧਨਵੰਤਾ, ਧਨ ਦੀ ਪ੍ਰੀਤ ਰੱਖਣ ਵਾਲਾ ਮਨੁੱਖ ਜੇ ਇਵੇਂ ਕਹਿੰਦਾ ਹੈ ਕਿ ਮੈਂ ਪਹਿਲਾਂ ਧਨ ਨੂੰ ਧਾਉਣ ਵਾਸਤੇ ਚਲਾ ਜਾਵਾਂ, ਰੱਬ ਦੀ ਬੰਦਗੀ ਕੱਲ੍ਹ ਹੋ ਜਾਏਗੀ, ਸ਼ਾਮ ਨੂੰ ਹੋ ਜਾਏਗੀ, ਫਿਰ ਭਲਕੇ ਕਰ ਲਾਂਗੇ, ਕਦੀ ਕਰ ਲਾਂਗੇ। ਪਰ ਬੰਦਗੀ ਕਰਨ ਵਾਲਾ ਇਹ ਚਾਹੁੰਦਾ ਹੈ ਕਿ ਪਹਿਲਾਂ ਮੈਂ ਬੰਦਗੀ ਕਰਾਂ ਤੇ ਫਿਰ ਮੈਂ ਧਨ ਨੂੰ ਧਾਉਣ ਵਾਸਤੇ ਜਾਵਾਂ, ਕਿਉਂਕਿ ਧਨ ਦੀ ਪ੍ਰਾਪਤੀ ਵੀ ਹੈ। ਉਹ ਗ੍ਰਸਤ ਲਈ ਤੇ ਸਭ ਕੁਝ ਜ਼ਰੂਰੀ ਹੈ। ਹਸੰਦਿਆਂ ਖਿਲੰਦਿਆਂ ਪੈਨੰਦਿਆਂ ਖਵੰਦਿਆਂ ਵਿੱਚ ਹੋਵੇ ਮੁਕਤ। ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਤੇਰੀ ਮੁਕਤੀ ਹੋਣੀ ਹੈ। ਸਭ ਕੁਝ ਕਰਨਾ ਮੈਂ ਉਦਮ ਕਰੇਂਦਿਆਂ ਜੀਓ ਤੂੰ ਕਮਾਵੰਦਿਆਂ ਸੁਖ ਪੁੰਜ ਕਮਾਉਣਾ ਹੈ। ਤੂੰ ਧਨ ਦਸਾਂ ਨੂੰਆਂ ਦੀ ਕਿਰਤ ਕਰਕੇ ਉਦਮ ਕਰੇਂਦਿਆਂ, ਉਦਮ ਤੇਰੀ ਜ਼ਿੰਦਗੀ 'ਚ ਆਲਸ ਨਾ ਹੋਏ। ਉਦਮ ਕਰੇਂਦਿਆਂ ਜੀਓ ਤੂੰ ਕਮਾਵੰਦਿਆਂ ਸੁਖ ਪੁੰਜ, ਧਿਆਉਂਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਧਨਵੰਤਾ ਜਿਹੜਾ ਹੈ ਉਹ ਕਹੇਗਾ ਕਿ ਮੈਂ ਰੱਬ ਦੀ ਬੰਦਗੀ ਕੀ ਕਰਨੀ, ਚਲੋ ਸਵੇਰੇ ਆਰਾਮ ਨਾਲ 10 ਵਜੇ ਉੱਠਦੇ ਹਾਂ ਤੇ ਕੰਮਾਂ ਕਾਜਾਂ ਤੇ ਜਾਵਾਂਗੇ ਤੇ ਫਿਰ ਆ ਜਾਵਾਂਗੇ ਵਾਪਸ। ਨਹੀਂ, ਪਰ ਜਿਹੜਾ ਗੁਰਮੁਖ ਹੋਏਗਾ ਉਹ ਕਹੇਗਾ ਦੱਸ ਨਹੀਂ, ਪਹਿਲਾਂ ਆਪਣੇ ਗੁਰੂ ਨਾਲ ਗੱਲਾਂ ਕਰੀਏ, ਕਿੱਥੇ ਭਲਕੇ ਉੱਠੀਏ, ਅੰਮ੍ਰਿਤ ਵੇਲਾ ਸਾਂਭੀਏ, ਝਾਲਾਂਗੇ, ਉੱਠ ਨਾਮ ਜਪ ਨਿਸਬਾਸੁਰ ਆਰਾਧ, ਫਿਰ ਕੰਮਾਂ ਕਾਜਾਂ ਨੂੰ ਜਾਵਾਂਗੇ। ਧਨਵੰਤਾ ਇਹ ਹੀ ਕਾ ਹੈ। ਧਨਵੰਤ ਜਿਹੜੇ ਧਨ ਦੇ ਪਿੱਛੇ ਨੇ ਉਹ ਹੀ ਕਹਿੰਦੇ ਆ ਅਵਰੀ ਧਨ ਕੋ ਜਾਓ, ਬਸ ਮੈਂ ਧਨ ਕਮਾਉਣ ਵਾਸਤੇ ਛੇਤੀ ਤੋਂ ਛੇਤੀ ਪਹੁੰਚਾਂ। ਪਰ ਮਹਾਰਾਜ ਕਹਿੰਦੇ ਨਾਨਕ ਨਿਰਧਨ ਤਿਤ ਦਿਨ, ਜਿਤ ਦਿਨ ਵਿਸਰੈ ਨਾਉ। ਜਿਸ ਦਿਨ ਗੁਰੂ ਹੀ ਨਹੀਂ ਚੇਤੇ ਕੀਤਾ ਉਸ ਦਿਨ ਮਹਾਰਾਜ ਕਹਿੰਦੇ ਧਰਤੀ ਤੇ ਗੁਰੂ ਕਾ ਸਿੱਖ ਸਭ ਤੋਂ ਵੱਡਾ ਨਿਰਧਨ ਹੈ, ਗਰੀਬ ਹੈ, ਫਕੀਰ ਹੈ, ਜੇ ਉਹਨੂੰ ਗੁਰੂ ਹੀ ਨਾ ਚੇਤਾ ਆਇਆ ਜੇ। ਮਹਿਲਾ ਪਹਿਲਾ। ਸੂਰਜ ਚੜ੍ਹੈ ਵਿਜੋਗ, ਸਭ ਸੈ ਕਟੈ ਆਰਜਾ। ਤਨ ਮਨ ਰਤਾ ਭੋਗ, ਕੋਈ ਹਾਰੈ ਕੋ ਜਿਣੈ। ਸੂਰਜ ਚੜ੍ਹੈ ਵਿਜੋਗ, ਸਭ ਸਹਿ ਘਟੈ ਆਰਜਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸ਼ਲੋਕ ਨੇ ਨਾਲ ਇਸ 19ਵੀਂ ਪੌੜੀ ਦੇ। ਸੂਰਜ ਜਦ ਸਿਰ ਤੇ ਚੜ੍ਹਦਾ ਤੇ ਵਿਜੋਗ ਦਾ ਮਤਲਬ ਜਦ ਸੂਰਜ ਡੁੱਬਦਾ, ਸੂਰਜ ਛੁਪ ਜਾਂਦਾ। ਸੂਰਜ ਦਾ ਚੜ੍ਹਨਾ ਤੇ ਸੂਰਜ ਦਾ ਡੁੱਬਣਾ, ਸਭ ਸਹਿ ਘਟੈ ਆਰਜਾ। ਸਭ ਦੀ ਉਮਰ ਘਟ ਜਾਂਦੀ ਹੈ ਇੱਕ ਦਿਨ ਜਦ ਪੂਰਾ ਹੋ ਜਾਂਦਾ। ਇਹਦਾ ਮਤਲਬ ਦਿਨ ਦਿਨ ਕਰਕੇ ਅਸੀਂ ਘਟਦੇ ਜਾਂਦੇ ਹਾਂ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਔਦ ਘਟੈ ਤਨ ਛੀਜੈ। ਤਨ ਘਟਦਾ ਜਾ ਰਿਹਾ, ਤਾਕਤ ਘਟਦੀ ਜਾ ਰਹੀ ਹੈ। ਤਨ ਮਨ ਰਤਾ ਭੋਗ ਕੋਈ ਹਾਰੈ, ਕੋਈ ਤਨ ਮਨ ਰਤਾ ਭੋਗ ਕੋਈ ਹਾਰੈ ਕੋ ਜਿਣੈ। ਇੱਕ ਉਹ ਗੁਰਸਿੱਖ ਹੈ ਜਿਹੜਾ ਗੁਰਸਿੱਖ ਨਾਮ ਦੀ ਬੰਦਗੀ ਕਰ ਰਿਹਾ ਤੇ ਮਸ਼ੱਕਤ ਪੂਰੀ ਕਰ ਰਿਹਾ ਜੀਵਨ 'ਚ। ਵਿਦਿਆਰਥੀ ਵਿਦਿਆ ਪ੍ਰਾਪਤੀ ਦੀ ਕਰ ਰਿਹਾ, ਕੋਈ ਕਾਰੋਬਾਰੀ ਦੀ ਕਰ ਰਿਹਾ, ਕੋਈ ਨੌਕਰੀ ਪੇਸ਼ਾ ਆਪਣੇ ਤਨਦੇਹੀ ਨਾਲ ਆਪਣੀ ਨੌਕਰੀ ਨੂੰ ਸਲਿਊਟ ਕਰ ਰਿਹਾ, ਆਪਣੀ ਨੌਕਰੀ ਤੇ ਜਾ ਰਿਹਾ, ਆਪਣਾ ਕੰਮ ਕਰ ਰਿਹਾ। ਕੋਈ ਗ੍ਰਸਤੀ ਬੱਚਿਆਂ ਨੂੰ ਪਾਲਣ ਵਾਲਾ ਬੱਚਿਆਂ ਨੂੰ ਵੀ ਪਾਲ ਰਿਹਾ। ਪਰ ਇੱਕ ਕਹਿੰਦਾ ਨਹੀਂ ਜੀ ਮੈਂ ਤੇ ਬੰਦਗੀ ਕਰਨੀ ਹੈ, ਮੈਨੂੰ ਕੀ ਲੈਣਾ। ਮਹਾਰਾਜ ਕਹਿੰਦੇ ਤੂੰ ਹਾਰ ਗਿਆ। ਕੱਲਾ ਬੰਦਗੀ ਕਰਨ ਵਾਲਾ ਗੁਰੂ ਨਾਨਕ ਸਾਹਿਬ ਦੇ ਦਰ ਤੇ ਜਿੱਤ ਨਹੀਂ ਪ੍ਰਾਪਤ ਕਰ ਸਕਦਾ ਕਿ ਨਹੀਂ ਜੀ ਸਾਰੀ ਰਾਤ ਜਪਾਂਗੇ ਫਿਰ ਸਾਰਾ ਦਿਨ ਸੌਵਾਂਗੇ। ਇਹ ਤੇ ਜੋਗੀ ਵੀ ਕਰ ਰਹੇ ਸੀ ਹਜ਼ਾਰਾਂ ਸਾਲਾਂ ਤੋਂ। ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਧਾਰੇ। ਇਹ ਜੀਵਨ ਨਹੀਂ ਭਰਥਰ ਜੀ ਕਿ ਸਾਰੀ ਰਾਤ ਤੁਸੀਂ ਨਸ਼ਾ ਲੈ ਕੇ ਜਪਦੇ ਰਹੋ ਤੇ ਫਿਰ ਸਾਰਾ ਦਿਨ ਤੁਸੀਂ ਗੁਫਾਵਾਂ ਦੇ ਵਿੱਚ ਵੜੇ ਰਹੋ, ਸੁੱਤੇ ਰਹੋ।
ਨਹੀਂ, ਜਿੱਤ ਤੇ ਹਾਰ ਸੇਵਕ ਦੇ ਹੱਥ ਵਿੱਚ ਹੈ। ਜਿਹੜਾ ਗ੍ਰਸਤ ਵੀ ਕਮਾ ਰਿਹਾ ਹੈ ਤੇ ਜਿਹੜਾ ਕਮਾਈ ਵੀ ਕਰ ਰਿਹਾ ਬੰਦਗੀ ਦੀ, ਤਨ ਮਨ ਰੱਤਾ ਭੋਗ, ਇਹ ਦੋਨੋਂ ਤਰ੍ਹਾਂ ਦੇ ਹੈ। ਇੱਕ ਵਿਕਾਰੀ ਭੋਗਾਂ ਦੇ ਵਿੱਚ ਤਨ ਤੇ ਮਨ ਰਤਿਆ ਗਿਆ, ਇੱਕ ਜਿਹੜਾ ਤਨ ਤੇ ਮਨ ਵਿਕਾਰਾਂ ਦੇ ਵਿੱਚ ਵੀ ਹੈ ਪਰ ਨਿਰੰਕਾਰ ਨੂੰ ਵੀ ਚੇਤੇ ਕਰ ਰਿਹਾ, ਵਿਕਾਰਾਂ ਤੋਂ ਬਚਿਆ ਹੋਇਆ ਹੈ। ਕੋਈ ਹਾਰੈ ਮਨਮੁਖ ਹਾਰ ਜਾਂਦੇ ਹੈ, ਕੋ ਜਿਣਾ ਕੋਈ ਵਿਰਲਾ ਜਿੱਤਦਾ ਹੈ। ਸਭ ਕੋ ਭਰਿਆ ਫੂਕ ਆਖਣ, ਇਹ ਸਰਵਣ ਕਰੋ ਜੀ। ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਐ। ਨਾਨਕ ਵੇਖੈ ਆਪ ਫੂਕ ਕਢਾਏ ਟਹਿ ਪਵੈ। ਅਹੰਕਾਰ ਇੰਨਾ ਸਿਰ ਤੇ ਚੜਿਆ ਹੁੰਦਾ ਹੈ, ਬਹੁਤ ਅਹੰਕਾਰ ਚੜਿਆ ਹੁੰਦਾ ਹੈ। ਥੋੜੀ ਜਿਹੀ ਬੰਦਗੀ ਦਾ ਅਹੰਕਾਰ, ਸਾਨੂੰ ਕਥਾ ਕਰਨ ਦਾ ਅਹੰਕਾਰ ਹੋ ਜਾਂਦਾ, ਸਾਨੂੰ ਗਿਆਨ ਧਿਆਨ ਦਾ ਅਹੰਕਾਰ ਹੋ ਜਾਂਦਾ, ਤੇ ਕਈਆਂ ਨੂੰ ਪੈਸਿਆਂ ਦਾ ਅਹੰਕਾਰ ਹੋ ਜਾਂਦਾ। ਸਭ ਕੁਝ ਕਰ ਸਕਦੇ ਹਾਂ, ਸਭ ਕੁਝ ਕਰ ਸਕਦੇ ਹਾਂ, ਬਹੁਤ ਪੈਸਾ ਹੈ, ਬੜੀ ਦੌਲਤ ਹੈ, ਬਹੁਤ ਕੁਛ ਹੈ। ਇਹ ਸਾਰੇ ਅਹੰਕਾਰ ਮਹਾਰਾਜ ਕਹਿੰਦੇ ਫੂਕ ਹੀ ਭਰਦੇ ਨੇ ਅੰਦਰ। ਇੰਨਾ ਬੰਦਾ ਆਫਰਿਆ ਹੁੰਦਾ ਹੈ। ਸਿਆਣਾ ਬੰਦਾ ਕਹਿੰਦਾ ਵੀ ਹੈ ਕਿ ਭਾਈ ਨਾ ਅਹੰਕਾਰ ਕਰ, ਕੋਈ ਅਹੰਕਾਰ ਦੀ ਲੋੜ ਨਹੀਂ ਹੈ। ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥਮੀਐ। ਲੋਕੀ ਕਹਿੰਦੇ ਵੀ ਹੈ ਅਹੰਕਾਰ ਹੈ, ਉਹ ਥੰਮਦਾ ਨਹੀਂ, ਅਹੰਕਾਰ ਤੋਂ ਰੁਕਦਾ ਨਹੀਂ। ਨਾਨਕ ਵੇਖੈ ਆਪ ਫੂਕ ਕਢਾਏ ਢਹਿ ਪਵੈ। ਜਦ ਉਹ ਫੂਕ ਕੱਢਦਾ ਨਾ ਬੰਦੇ ਦੀ, ਫਿਰ ਬੰਦਾ ਕਾਸ ਜੋਗਾ ਵੀ ਨਹੀਂ ਰਹਿੰਦਾ। ਇਸ ਕਰਕੇ ਮਹਾਰਾਜ ਕਹਿੰਦੇ ਕਿ ਇੱਥੇ ਹੁਕਮ ਨਹੀਂ ਚੱਲਦੇ। ਦੁਨੀਆ ਤੇ ਤੂੰ ਜਿੰਨਾ ਮਰਜ਼ੀ ਧੱਕਾ ਕਰੀ ਜਾ, ਜਿਸ ਦਿਨ ਤੇਰਾ ਘੜਾ ਭਰ ਗਿਆ ਨਾ ਪਾਪਾਂ ਦਾ, ਫਿਰ ਉਹਨੇ ਹੀ ਫੂਕ ਕੱਢਣੀ ਹੈ। ਤੇ ਜਿਸ ਦਿਨ ਉਹਨੇ ਫੂਕ ਕੱਢਣੀ ਹੈ, ਮਹਾਰਾਜ ਕਹਿੰਦੇ ਫਿਰ ਧਰਤੀ ਤੋਂ ਬੰਦਾ ਉੱਠ ਨਹੀਂ ਸਕਦਾ। ਇਹ ਸੱਚ ਹੈ ਜੀ। ਪੌੜੀ ਸਤ ਸੰਗਤ ਨਾਮ ਨਿਧਾਨ ਹੈ। ਜਿੱਥੋਂ ਹਰ ਪਾਇਆ ਗੁਰ ਪ੍ਰਸਾਦੀ ਘਟ ਚਾਨਣਾ ਆਨੇਰ ਗਵਾਇਆ। ਫਿਰ ਇਹ ਅਹੋਮੇ ਦਾ ਨਾਸ਼ ਕਿੱਥੇ ਹੁੰਦਾ ਹੈ? ਸਤ ਸੰਗਤ ਵਿੱਚ ਹੁੰਦਾ ਹੈ। ਸੰਗਤ 'ਚ ਆ ਕੇ ਗੁਰੂ ਝਿੜਕਦੇ ਵੀ ਨੇ ਤੇ ਗੁਰੂ ਗਲਵਕੜੀ ਵੀ ਲਾਉਂਦੇ ਨੇ। ਇਸ ਕਰਕੇ ਗੁਰੂ ਦੀ ਗੱਲਾਂ ਨੂੰ ਕਦੀ ਵੀ, ਇਹ ਜੇ ਗੁਰੂ ਨੇ ਝਿੜਕ ਦਿੱਤਾ ਤੇ ਅਸੀਂ ਓਪਰੇ ਮਹਿਸੂਸ ਕਰੀਏ ਕਿ ਨਹੀਂ ਆਉਣਾ ਨਹੀਂ। ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ, ਜੇ ਬਖਸ਼ੇ ਤਾਂ ਗੁਰ ਵਡਿਆਈ। ਇੱਥੇ ਸਾਰੇ ਮੌਸਮ ਨੇ, ਸਭ ਕੁਛ ਹੈ ਇੱਥੇ। ਤੇ ਗੁਰੂ ਪਿਆਰ ਵੀ ਕਰਦਾ, ਗੁਰੂ ਝਿੜਕਦਾ ਵੀ ਹੈ। ਪੌੜੀ ਸਤ ਸੰਗਤ ਨਾਮ ਨਿਧਾਨ ਹੈ, ਪਰ ਸੰਗਤ ਨਹੀਂ ਛੱਡਣੀ। ਇਹ ਖਜ਼ਾਨਾ ਹੈ, ਜਿੱਥੋਂ ਹਰ ਪਾਇਆ, ਜਿੱਥੋਂ ਪ੍ਰਭੂ ਮਿਲਣਾ। ਗੁਰ ਪ੍ਰਸਾਦੀ ਘਟ ਚਾਨਣਾ। ਇੱਥੇ ਤੇ ਆਪਣੇ ਆਪ ਨੂੰ ਦੇਖਣਾ। ਗੁਰੂ ਸਾਨੂੰ ਸਭ ਨੂੰ ਆਪਣਾ ਆਪਣਾ ਆਇਨਾ ਦਿਖਾਉਂਦੇ ਆ, ਆਪਣਾ ਆਪਣਾ ਸ਼ੀਸ਼ਾ ਦਿਖਾਉਂਦੇ। ਭਾਈ ਤੂੰ ਦੂਜੇ ਨੂੰ ਛੱਡ, ਤੂੰ ਆਪਣੇ ਆਪ ਨੂੰ ਵੇਖ ਕਿੱਥੇ ਹੈ। ਨਾਨਕ ਇਹਨੂੰ ਗੁਰ ਪ੍ਰਸਾਦੀ ਘਟ ਚਾਨਣਾ ਆਨੇਰ ਗਵਾਇਆ। ਅੰਦਰ ਦੀ ਹਉਮੈ ਦਾ ਨਾਸ਼, ਪਾਪਾਂ ਦਾ ਨਾਸ਼, ਪਾਪਾਂ ਨੂੰ ਧੋਣ ਦੀ ਜੁਗਤ ਗੁਰੂ ਸੰਗਤ 'ਚ ਸਿੱਖੀ ਜਾਂਦੀ ਹੈ ਜੀ। ਲੋਹਾ ਪਾਰਸ ਭੇਟੀਐ ਕੰਚਨ ਹੋਏ ਆਇਆ। ਨਾਨਕ ਸਤਿਗੁਰ ਮਿਲਿਐ ਨਾਉ ਪਾਈਐ। ਮਿਲ ਨਾਮ ਧਿਆਇਆ। ਜਿਨ ਕੈ ਪੋਤੈ ਪੁੰਨ ਹੈ ਤਿਨੀ ਦਰਸ਼ਨ ਪਾਇਆ। ਗੁਰੂ ਰਾਮਦਾਸ ਜੀ ਦੇ ਸਵਈਏ ਪੜੋ। ਸਭ ਤੋਂ ਜ਼ਿਆਦਾ ਗੁਰੂ ਰਾਮਦਾਸ ਜੀ ਨੂੰ ਪਾਰਸ ਆਖਿਆ ਗਿਆ। ਕੱਚਹੁ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ। ਕੰਚਨ ਕਰਨ ਵਾਲਾ, ਇਹਦਾ ਮਤਲਬ ਗੁਰੂ ਪਾਰਸ ਹੈ। ਹੋਰ ਵੀ ਭੱਟ ਜੀ ਕਹਿੰਦੇ ਆ। ਹੁਣੇ ਅਸੀਂ ਜਿਹੜਾ ਮੰਗਲਾਚਰਨ ਸ਼ਬਦ ਰੂਪ ਪੜ੍ਹਿਆ ਕਿ ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜਿਸ ਦੇਖ ਚਰਨ ਅਗਨ ਹਰਿਓ। ਨਿਸਬਾਸਰ ਇੱਕ ਸਮਾਨ ਧਿਆਨ ਸੁਨਾਮ ਸੁਣੈ ਸੁਤ ਪਾਣ ਡਰਿਓ। ਪਨ ਦਾਸ ਸੋ ਆਸ। ਇਹ ਭੱਟ ਜੀ ਕਹਿ ਰਹੇ ਨੇ, ਦਾਸ ਬਣ ਕੇ ਜਗਤ ਗੁਰੂ ਕੀ ਪਾਰਸ ਭੇਟ ਪਰਸ ਕਰਿਓ। ਗੁਰੂ ਰਾਮਦਾਸ ਪਾਰਸ ਦੀ ਨਿਆਈ ਹੈ। ਤੇ ਜਿਹੜਾ ਸਪਰਸ਼ ਕਰਦਾ ਗੁਰੂ ਆਪਣੀ ਬਖਸ਼ਿਸ਼ਾਂ ਉਹਨੂੰ ਦੇ ਦਿੰਦੇ, ਆਪਣੇ ਗੁਣ ਦੇ ਦਿੰਦੇ ਆ। ਲੋਹਾ ਪਾਰਸ ਭੇਟੀ ਹੈ, ਇਹਨੂੰ ਸਾਹਿਬ ਜੀ ਕਹਿੰਦੇ ਆ ਲੋਹੇ ਮਨ ਹੈ। ਗੁਰ ਪਾਰਸ ਹਮ ਲੋ ਮਿਲ ਕੰਚਨ ਹੁਆ ਰਾਮ। ਤੇ ਗੁਰੂ ਦੀ ਸੰਗਤ 'ਚ ਜ਼ਰੂਰ ਆਈਏ। ਲੋਹਾ ਪਾਰਸ ਭੇਟੀ ਹੈ, ਕੰਚਨ ਹੋਇਆ ਆਇਆ। ਨਾਨਕ ਸਤਿਗੁਰ ਮਿਲਿਆ ਨਾਉ ਪਾਈਐ। ਮਿਲ ਨਾਮ ਧਿਆਇਆ। ਗੁਰੂ ਦੇ ਸੰਗ ਬੈਠਿਆਂ ਨਾਮ ਦੀ ਸੋਝੀ ਹੁੰਦੀ ਹੈ, ਹੁਕਮ ਦੀ ਸੋਝੀ ਹੁੰਦੀ ਹੈ, ਜੀਵਨ ਜਿਉਣ ਦੀ ਦਾਤ ਮਿਲਦੀ ਹੈ। ਤੇ ਫਿਰ ਸੰਗਤ 'ਚ ਮਿਲ ਕੇ, ਕਿਉਂਕਿ ਸੰਗਤ ਹੀ ਗੁਰੂ ਹੈ। ਇਹ ਨਾ ਸਮਝੋ ਕਿ ਸੰਗਤ 'ਚ ਬੈਠੇ ਹਾਂ, ਗੁਰੂ ਕੋਲ ਬੈਠੇ ਹਾਂ। ਗੁਰੂ ਆਪ ਹਾਜ਼ਰ ਨਾਜ਼ਰ ਨੇ ਇਸ ਸੰਗਤ ਦੇ ਵਿੱਚ। ਤੇ ਗੁਰੂ ਨਾਲ ਮਿਲ ਕੇ ਨਾਮ ਧਿਆਉਣਾ, ਤੇ ਉਹੀ ਧਿਆ ਸਕਦਾ ਜਿਨ ਕੈ ਪੁੱਤ ਹੈ ਪੁੰਨ। ਜਿਨ੍ਹਾਂ ਦੀ ਝੋਲੀ ਦੇ ਵਿੱਚ ਕਿੱਥੇ ਚੰਗੇ ਗੁਣ ਇਕੱਠੇ ਨੇ ਨਾ,
ਜੇ ਸਾਡੇ ਬੋਝੇ ਦੇ ਵਿੱਚ ਮਨ ਰੂਪੀ ਜਿਹੜਾ ਸਾਡਾ ਖਜ਼ਾਨਾ ਹੈ, ਕਿੱਥੇ ਭਲੇ ਗੁਣ ਕੀਤੇ ਹੋਏ ਨੇ ਅਸੀਂ ਪੂਰਬਲੇ ਪੁਰਾਣੇ ਵੀ ਤੇ ਕੱਲ ਵਾਲੇ ਵੀ ਪੂਰਬਲੇ ਨੇ, ਪਿਛਲੇ 1 ਘੰਟੇ ਵਾਲੇ ਵੀ ਪੋਤਾ ਪੁੰਨ ਹੁੰਦਾ ਹੈ, ਇਹ ਵੀ ਪੂਰਬਲੇ ਹੁੰਦੇ ਆ ਹੁਣ 1 ਮਿੰਟ ਲੰਘ ਗਿਆ, ਇਹ ਵੀ ਪੂਰਬਲਾ ਬਣ ਜਾਣਾ ਕਿ ਜੇ ਪੂਰਬਲੇ ਕਰਮ ਸਾਡੇ ਚੰਗੇ, ਜੇ ਕਰਮ ਚੰਗੇ ਹੋਣਗੇ, ਜਿਨ ਕੈ ਪੋਤਾ ਪੁੰਨ ਹੈ ਤਿਨੀ ਦਰਸ਼ਨ ਪਾਇਆ, ਉਹਨਾਂ ਨੇ ਗੁਰੂ ਦੇ ਦੀਦਾਰ ਸੰਗਤ 'ਚ ਕੀਤੇ ਨੇ ਜੀ। ਸ਼ਲੋਕ ਮਹਿਲਾ ਪਹਿਲਾ। ਤ੍ਰਿਗ ਤਿਨਾ ਕਾ ਜੀਵਿਆ, ਜੇ ਲਿਖ ਲਿਖ ਵੇਚੈ ਨਾਉ, ਖੇਤੀ ਜਿਨ ਕੀ ਉਜੜੈ, ਖਲਵਾੜੇ ਕਿਆ ਥਾਉ। ਹੁਣ ਇੱਥੇ ਮਹਾਰਾਜ ਜੀ ਕਹਿੰਦੇ ਇੱਕ ਤੇ ਬੰਦਗੀ ਕਰਨ ਵਾਲੇ ਹੈਗੇ, ਉਹ ਬੰਦਗੀ ਕਰਦੇ ਨੇ ਚੰਗਾ, ਪਰ ਜਿਨ੍ਹਾਂ ਨੂੰ ਥੋੜਾ ਜਿਹਾ ਬੰਦਗੀ ਦਾ ਝੱਸ ਪੈ ਜਾਂਦਾ, ਰਸ ਆ ਜਾਂਦਾ, ਉਹ ਫਿਰ ਇਹ ਸੋਚਦੇ ਆ ਕਿ ਉਹਨਾਂ ਨੂੰ ਥੋੜਾ ਬਹੁਤਾ ਮਿਲ ਗਿਆ, ਉਹ ਕਹਿੰਦੇ ਫਿਰ ਉਹ ਦੂਜਿਆਂ ਨੂੰ ਵੰਡਣਾ ਸ਼ੁਰੂ ਕਰ ਦਿੰਦੇ ਆ, ਜਾਂ ਕਹਿੰਦੇ ਆ ਜੀ ਲਿਆਓ ਜੀ ਅਸੀਂ ਕੁਝ ਲਿਖ ਕੇ ਦੇ ਦਈਏ, ਮੰਤਰ ਮੁੰਤਰ ਸ਼ਬਦ ਲਿਖ ਕੇ ਦੇ ਦਈਏ, ਇਹ ਜਾਪ ਕਰੋ। ਇਵੇਂ ਕਿਹਦੇ ਲਈ? ਆਪਣੀ ਪ੍ਰਸਿੱਧੀ ਲਈ, ਆਪਣੀ ਪ੍ਰਸਿੱਧੀ ਲਈ। ਔਰ ਇਹਦੇ ਵਿੱਚ ਖਾਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਤੰਤਰ ਮੰਤਰ ਵਾਲੇ ਪਾਸੇ, ਕਿਉਂਕਿ ਤਵੀਤਾਂ ਦੇ ਵਿੱਚ ਨਾ ਕੁਛ ਲਿਖ ਕੇ ਮੰਤਰ ਪਾ ਕੇ ਤਵੀਤ ਬੰਨੇ ਜਾਂਦੇ ਸਨ ਪੁਰਾਣੇ ਸਮੇਂ ਦੇ ਵਿੱਚ। ਤੇ ਹੋਰ ਦੂਸਰਾ, ਫੂਕਾਂ 'ਚ ਕੰਨਾ ਮਾਰ ਕੇ ਨਾਮ ਦੇਣਾ, ਜਾਂ ਨਾਮ ਦੇ ਕੇ ਕਹਿ ਦੇਣਾ ਕਿ ਹੁਣ ਤੁਸੀਂ ਸਾਡੇ ਹੋ ਗਏ ਹੋ। ਇਹਨੂੰ ਦੇਖੋ ਬਹੁਤ ਵੱਡੇ ਦਿਲ ਨਾਲ ਲਿਓ। ਗੁਰੂ ਨਾਨਕ ਸਾਹਿਬ ਜੀ ਨੇ ਅੱਜ ਤੋਂ 550 ਸਾਲ ਪਹਿਲਾਂ ਇਹ ਫੈਸਲਾ ਦੇ ਦਿੱਤਾ ਕਿ ਭਾਈ ਬਾਤ ਤੇ ਖਸਮ ਦੀ ਹੈ, ਭਾਵੇਂ ਜੋ ਆਪਣੀ ਮਰਜ਼ੀ ਚਲਾਈ ਜਾਏ ਅੱਗੇ ਦੁਕਾਨ, ਪਰ ਖਸਮ ਦੀ ਬਾਤ ਹੀ ਰਹਿਣੀ ਹੈ, ਉਹ ਸੱਚ ਨਹੀਂ ਹੈ। ਸ਼ਲੋਕ ਮਹੱਲਾ ਪਹਿਲਾ। ਤ੍ਰਿਗ ਤਿਨਾ ਕਾ ਜੀਵੈ। ਤਾਈਓ ਤੁਸੀਂ ਸਹਿਜ ਪਾਠ ਕਰ ਰਹੇ ਹੋ ਨਾ, ਤੁਸੀਂ ਸਹਿਜ ਪਾਠ ਕਰਨ ਵਾਲੇ ਹੋ, ਤੁਹਾਨੂੰ ਵਿਚੋਲੇ ਦੀ ਲੋੜ ਨਹੀਂ ਪੈਣੀ, ਲੋੜ ਮਹਿਸੂਸ ਹੀ ਨਹੀਂ ਹੋਣੀ। ਤੁਸੀਂ ਕਈਆਂ ਨੂੰ ਤਾਰ ਦੇਣਾ, ਤੁਹਾਡੇ ਕਰਕੇ ਕਈਆਂ ਕੁੱਲਾਂ ਨੇ ਤਰਨਾ। ਮੈਂ ਨਹੀਂ, ਗੁਰੂ ਕੇ ਸ਼ਬਦ ਦੀ ਕਲਾ ਹੈ, ਇਹ ਕੋਈ ਹਉਮੈ ਦੇ ਬਚਨ ਨਹੀਂ ਹੈਗੇ। ਕਿਉਂਕਿ ਜਿੰਨੇ ਸਹਿਜ ਪਾਠ ਆਪ ਕਰ ਲਿਆ ਤੇ ਵਿਚਾਰ ਲਿਆ, ਉਹ ਵਹਿਮਾਂ ਭਰਮਾਂ ਤੇ ਉਹ ਮਥਾਜਗੀ ਤੋਂ ਖਤਮ ਹੋ ਗਿਆ, ਉਹ ਖਾਲਸ ਹੋ ਗਿਆ, ਉਹ ਜਨ ਖਾਲਸ ਬਣ ਗਿਆ, ਜਿਹਨੂੰ ਕਬੀਰ ਸਾਹਿਬ ਕਹਿੰਦੇ ਕਹੋ ਕਬੀਰ ਜਨ ਭਏ ਖਾਲਸੇ। ਖਾਲਸੇ ਵੀ ਹੋ ਗਏ ਤੇ ਉਹਨਾਂ ਦੀ ਖਲਾਸੀ ਵੀ ਹੋ ਗਈ ਵਿਕਾਰਾਂ ਤੋਂ। ਸੋ ਇਹਨੂੰ ਬਿਲਕੁਲ ਵੱਡੇ ਹਿਰਦੇ ਨਾਲ ਸ਼ਲੋਕ ਮਹੱਲਾ ਪਹਿਲਾ। ਤ੍ਰਿਗ ਤਿਨਾ ਕਾ ਜੀਵਿਆ। ਇਹ ਜੀਵਨ ਵੀ ਕਾਹਦਾ ਜੀਵਨ? ਜੇ ਲਿਖ ਲਿਖ ਵੇਚੈ ਨਾਉ, ਪੂਜਾ ਆਪਣੀ ਕਰਾਣ ਤੇ ਬਾਤ ਕਿਸੇ ਹੋਰ ਦੀ, ਰੱਬ ਦੀ ਪਾਉਣ ਕਿੱਥੋਂ ਲੈ ਕੇ। ਕਹਿੰਦੇ ਉਹ ਨਹੀਂ। ਖੇਤੀ ਜਿਨ ਕੀ ਉਜੜੈ, ਖਲਵਾੜੇ ਕਿਆ ਥਾਉ। ਭਾਈ ਬੰਦਗੀ ਤੇ ਕਰਕੇ ਬੰਦਗੀ ਨੂੰ ਇਕੱਠਾ ਕਰਨਾ ਹੈ। ਇਹ ਨਹੀਂ ਕਿ ਥੋੜੀ ਬਹੁਤੀ ਬੰਦਗੀ ਕਰ ਲਈ ਤੇ ਉਹ ਅੱਗੇ ਵੰਡਣੀ ਸ਼ੁਰੂ ਕਰਤੀ, ਲਿਆ ਜੀ ਵੇਚਣੀ ਸ਼ੁਰੂ ਕਰਤੀ। ਦੌਲਤ, ਚਲੋ ਦੌਲਤ ਨਹੀਂ, ਸ਼ੌਹਰਤ ਇਹਦੇ ਵਿੱਚ ਬੜੀ ਵੱਡੀ ਹੁੰਦੀ ਹੈ। ਸਾਡੀ ਸ਼ੌਹਰਤ ਹੋ ਜਾਏ, ਸਾਡੀ ਤੂਤੀ ਬੋਲ ਪਏ, ਸਾਡਾ ਸਤਿਕਾਰ ਹੋ ਜਾਏ। ਮਹਾਰਾਜ ਕਹਿੰਦੇ ਖੇਤੀ ਇੱਥੋਂ ਹਜੇ ਉਗਣੀ ਸ਼ੁਰੂ ਹੋਈ ਹੈ, ਥੋੜੀ ਜਿਹੀ ਖੇਤ, ਕਿਉਂਕਿ ਬੀਜ ਸਮੇਂ ਸਮੇਂ ਦੇ ਨਾਲ ਪਾਇਆ ਜਾਂਦਾ। ਕਈ ਵਾਰੀ ਜ਼ਰੂਰੀ ਨਹੀਂ ਕਿ ਖੇਤ, ਵੱਡੇ ਖੇਤਾਂ 'ਚ ਇੱਕ ਦਿਨ 'ਚ ਜ਼ਮੀਂਦਾਰ ਛਿੱਟੇ ਨਹੀਂ ਮਾਰਦੇ, ਕਈ ਵਾਰੀ 2-2 ਹਫ਼ਤੇ ਲੱਗ ਜਾਂਦੇ ਖੇਤਾਂ ਦੇ ਵਿੱਚ ਬੀਜ ਦੇ ਛਿੱਟੇ ਮਾਰਨ ਵਾਲੇ। ਤੇ ਫਿਰ ਜਿਹੜੇ ਸਭ ਤੋਂ ਪਹਿਲੇ ਦਿਨ ਛਿੱਟੇ ਮਾਰੇ ਹੁੰਦੇ, ਉਹ ਖੇਤੀ ਪਹਿਲੀ ਪੱਕਣੀ ਸ਼ੁਰੂ ਹੋ ਜਾਂਦੀ ਹੈ। ਤੇ ਜੇ ਜ਼ਮੀਂਦਾਰ ਉੱਥੋਂ ਵੱਢ ਕੇ ਦੇਣੀ ਸ਼ੁਰੂ ਕਰ ਦੇ, ਇਕੱਠੀ ਨਾ ਕਰੇ, ਕਹਿੰਦੇ ਉਹਦੇ ਖਲਵਾੜੇ 'ਚ ਬਚੇਗਾ ਕਿ ਜਿਹੜਾ ਨਾਲ ਹੀ ਵੱਢੀ ਜਾ ਰਿਹਾ। ਥੋੜ੍ਹਾ ਜਿਹਾ ਤੂੰ ਜਪਿਆ ਤੇ ਉਹ ਵੀ ਤੂੰ ਦੂਸਰੇ ਪਾਸੇ ਲਾਤਾ, ਤੇ ਫਿਰ ਤੇਰੇ ਪੱਲੇ ਕੀ ਬਚੇਗਾ? ਹੁਣੇ ਕੀਤਾ ਜਿਨ ਕੈ ਪੋਤਾ ਪੁੰਨ ਹੈ, ਇਕੱਠਾ ਤੇ ਤੂੰ ਕੀਤਾ ਨਹੀਂ। ਖੇਤੀ ਇਹਨੂੰ ਕਿਹਾ ਮਾਰਗ ਤ੍ਰਿਗ ਤਿਨਾ ਕਾ ਜੀਵਿਆ, ਜੇ ਲਿਖ ਲਿਖ ਵੇਚਿਆ ਨਾ ਹੋ। ਖੇਤੀ ਜਿਨ ਕੀ ਉਜੜੈ, ਖੇਤੀ ਤੂੰ ਉਜਾੜਤੀ, ਜਪਿਆ ਹੋਇਆ ਤੂੰ ਐਵੇਂ ਭੰਗ ਦੇ ਭਾਣੇ, ਜਿਹੜਾ ਸਿੱਧਾ ਪੰਜਾਬੀ ਦਾ ਲਫ਼ਜ਼ ਹੈ, ਆਪਣੇ ਵਾਸਤੇ ਇਕੱਠਾ ਹੀ ਨਹੀਂ ਕਰ ਸਕਿਆ। ਖਲਵਾੜੇ ਕਿਆ ਥਾਉ। ਕਹਿੰਦੇ ਖਲਵਾੜੇ ਭਾਵ ਇਕੱਠੇ ਕਰਨ ਵਾਲੀ, ਜਿੱਥੇ ਫਸਲ ਇਕੱਠੀ ਕਰਦਾ ਉੱਥੇ ਬਚਣਾ ਕੀ ਹੈ ਤੇਰੇ ਕੋਲ? ਕਿ ਨਾਮ ਤੇਰੇ ਹਿਰਦੇ 'ਚ ਵਸੇਗਾ ਹੀ ਨਹੀਂ, ਤੂੰ ਵਸਣ ਜੋਗਾ ਛੱਡਿਆ ਹੀ ਨਹੀਂ ਜੇ। ਸੱਚੈ ਸ਼ਰਮੈ ਬਾਹਰੇ, ਅੱਗੇ ਲਹਿ ਨਾ ਦਾਦ। ਅਕਲ ਇਹ ਨਾ ਆਖੀਐ, ਅਕਲ ਗਵਾਈਐ ਬਾਦ। ਸ਼ਬਦ ਲਿਖ ਕੇ ਕਾਗਜ਼ਾਂ ਤੇ ਵੇਚਣਾ, ਇਹ ਮਹਾਰਾਜ ਗੁੱਸਾ ਕਰਦੇ, ਇਹਨੂੰ ਖੁਸ਼ੀ ਨਹੀਂ ਮਨਾਉਂਦੇ, ਇਹ ਗੁਰਮਤ ਨਹੀਂ ਹੈ। ਸੱਚੈ ਸ਼ਰਮੈ ਬਾਹਰੇ, ਅੱਗੇ ਲਹੈ ਨਾ ਦਾਦ। ਸ਼ਰਮ ਖੰਡ ਤੁਸੀਂ ਜਪ ਬਾਣੀ 'ਚ ਰੋਜ਼ ਸਵੇਰੇ ਪੜ੍ਹਦੇ ਹੋ, ਰੋਜ਼ ਪੜ੍ਹਦੇ ਹੋ। ਔਰ ਸ਼ਰਮ ਖੰਡ ਕੀ ਹੈ? ਸ਼ਰਮ ਖੰਡ ਹੈ ਐਂਡੇਵਰ, ਮਸ਼ੱਕਤ। ਕਿ ਭਾਈ ਹਰ ਇੱਕ ਸਿੱਖ ਮਸ਼ੱਕਤੀ ਹੈ। ਜਿਨੀ ਨਾਮ ਤੇ ਆਇਆ, ਇਹਨੂੰ ਸ਼ਰਮ ਘੁੰਡ ਵਾਲੀ ਸ਼ਰਮ ਨਾ ਸਮਝਿਓ, ਇਹ ਮਸ਼ੱਕਤ ਵਾਲਾ ਸ਼ਰਮ ਸਮਝੋ ਸੰਸਕ੍ਰਿਤ ਦਾ। ਕਿ ਭਾਈ ਮਸ਼ੱਕਤ ਕਰਨੀ ਪਏਗੀ।
ਝਾਲਾਂਗੇ मतलब मन ਨੂੰ ਟਿਕਾ ਕੇ ਵੀ, ਤਨ ਨੂੰ ਜਿੱਤ ਕੇ ਵੀ, ਨੀਂਦ ਤੇ ਵੀ ਕਾਬੂ ਪਾ ਕੇ, ਸਮੇਂ ਦੇ ਉੱਤੇ ਸਮੇਂ ਦੀ ਪ੍ਰਤੀਤ ਵੀ। ਇਹਨੂੰ ਵੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਨਾ ਕਿ ਅਸਲ ਦੇ ਵਿੱਚ ਸਾਬਾ ਹੀ ਸਾਲਾ ਜਿਨੀ ਧਿਆਇਆ ਇੱਕ ਮਨ, ਸਹੀ ਪੂਰੇ ਸ਼ਾਹ ਵਕਤੇ ਉੱਪਰ ਲੜ ਮੂਏ। ਜਿਹਨੇ ਵਕਤ ਨਹੀਂ ਪਛਾਣਿਆ ਨਾ ਉਹ ਬੰਦਾ ਹੀ ਨਹੀਂ ਹੈ, ਪਰ ਵਕਤ ਪਛਾਣੈ ਸੋ ਬੰਦਾ ਹੋਈ। ਬੰਦਾ ਉਹ ਹੈ ਜਿਹਨੇ ਵਕਤ ਨੂੰ ਸੰਭਾਲ ਲਿਆ। ਔਰ ਵਕਤ ਦੀ ਬੜੀ ਅਹਿਮੀਅਤ ਹੈ ਗੁਰਮੁਖ ਦੇ, ਗੁਰਸਿੱਖ ਦੇ ਜੀਵਨ 'ਚ। ਗੁਰਮਤ ਦੇ ਵਿੱਚ ਇੱਕ ਇੱਕ ਸਕਿੰਟ ਦੀ ਅਹਿਮੀਅਤ ਹੈ। ਸੱਚੇ ਪਾਤਸ਼ਾਹ ਹੁਣ ਕੈਪਟਨ ਸਾਹਿਬ ਬੈਠੇ ਨੇ, ਜਿਹੜੇ ਹੋਰ ਵੀ ਖਾਸ ਕਰਕੇ ਸਾਡੀ ਨੇਵੀ ਜੌਬ ਹੋ ਗਈ ਜਾਂ ਫੌਜ ਦੀ, ਉਹਨਾਂ ਨੂੰ ਪਤਾ ਵਕਤ ਦੀ ਅਹਿਮੀਅਤ ਕੀ ਹੁੰਦੀ ਹੈ। ਕਿਉਂਕਿ ਕੱਲੀ ਉਹ ਫੌਜ ਨਹੀਂ, ਖਾਲਸਾ ਅਕਾਲ ਪੁਰਖ ਕੀ ਫੌਜ। ਜਪੋ ਜੀ, ਖਾਲਸਾ ਅਕਾਲ ਪੁਰਖ ਕੀ ਫੌਜ। ਤੇ ਫੌਜ ਤੁਸੀਂ ਵੀ ਫੌਜੀ ਹੋ ਸਾਰੇ, ਤੇ ਤੁਸੀਂ ਵੀ ਉਸ ਅਕਾਲ ਪੁਰਖ ਦੀ ਫੌਜ ਦੇ ਹਿੱਸੇ ਹੋ ਮੇਰੇ ਸਮੇਤ। ਮੈਂ ਵੀ ਕਈ ਵਾਰੀ ਲੇਟ ਹੁੰਦਾ ਤੇ ਖਿਮਾ ਮੰਗਦੇ ਹਾਂ ਸੰਗਤਾਂ ਕੋਲੋਂ, ਕਿਉਂਕਿ ਰੋਜ਼ ਹੀ ਇਹ ਨਿਤ ਹੀ ਸੰਗਤ ਦੇ ਵਿੱਚ ਸਮੇਂ ਦੀ ਪ੍ਰਤੀਤ ਤੇ ਸਮੇਂ ਦੀ ਪ੍ਰੀਤ ਲਈ ਗੁਰੂ ਸਾਹਿਬ ਸਾਨੂੰ ਬਾਰੰਬਾਰ ਚੇਤੇ ਕਰਾਉਂਦੇ ਆ। ਸਾਹਿਬ ਜੀ ਕਹਿੰਦੇ ਸੱਚਾ ਸ਼ਰਮ ਹੈ ਬਾਹਰੇ, ਜਿਹਦੇ ਜੀਵਨ ਵਿੱਚੋਂ ਸ਼ਰਮ ਖਤਮ ਹੋ ਗਿਆ ਨਾ, ਮਿਹਨਤ ਤੇ ਮਸ਼ੱਕਤ ਖਤਮ ਹੋ ਗਈ, ਅੱਗੇ ਲਹੇ ਨਾ ਦਾਦ ਕਹਿੰਦੇ ਸ਼ਾਬਾਸ਼ੀ। ਉਹਨੂੰ ਗੁਰੂ ਦੇ ਦਰ ਤੋਂ ਸ਼ਾਬਾਸ਼ੀ ਨਹੀਂ ਮਿਲਦੀ। ਅਕਲ ਇਹ ਨਾ ਆਖੀਐ, ਅੱਗੇ ਮਹਾਰਾਜ ਜੀ ਕਹਿੰਦੇ ਅਸਲ ਅਕਲ ਉਹਨੂੰ ਨਹੀਂ ਕਿਹਾ ਗਿਆ। ਇਹ ਸਰਵਣ ਕਰ ਲਓ ਇੱਕ ਵਾਰੀ, ਫਿਰ ਸਾਰਾ ਹੀ ਮਹਾਰਾਜ ਜੀ ਦਾ ਇਹ ਸਾਰਾ ਪਦਾ ਭਾਈ ਸਾਹਿਬ ਅੰਤ ਤੱਕ ਸਰਵਣ ਕਰਾਉਣ ਜੇ। ਅਕਲ ਤ੍ਰਿਗ ਤਿਨਾ ਕਾ ਜੀਵਿਆ, ਜੇ ਲਿਖ ਲਿਖ ਵੇਚੈ ਨਾਉ, ਖੇਤੀ ਜਿਨ ਕੀ ਉਜੜੈ, ਖਲਵਾੜੇ ਕਿਆ ਥਾਉ। ਸੱਚੇ ਸ਼ਰਮੈ ਬਾਹਰੇ, ਅੱਗੇ ਲਹੈ ਨਾ ਦਾਦ, ਅਕਲ ਇਹ ਨਾ ਆਖੀਐ, ਅਕਲ ਗਵਾਈਐ ਬਾਦ। ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁਝੀਐ, ਅਕਲੀ ਕੀਚੈ ਦਾਨ। ਨਾਨਕ ਆਖੈ ਰਾਹ ਇਹ, ਹੋਰ ਗੱਲਾਂ ਸ਼ੈਤਾਨ। ਸਿਰਫ ਇੱਕ ਗੁਰਮਤਿ ਹੈ ਜਿਹੜੀ ਕਹਿੰਦੀ ਹੈ ਅੱਖਾਂ ਤੇ ਪੱਟੀਆਂ ਬੰਨ੍ਹ ਕੇ ਕਿਸੇ ਦੇ ਪਿੱਛੇ ਨਾ ਤੁਰ ਪਓ। ਅੱਖਾਂ ਖੋਲੋ, ਤਰਕਸ਼ੀਲ ਬਣੋ, ਪ੍ਰਸ਼ਨ ਪੁੱਛੋ, ਮਨ ਨੂੰ ਵੀ ਪੁੱਛੋ ਤੇ ਜਿਹਦੇ ਪਿੱਛੇ ਤੁਰਿਓ ਉਹਨੂੰ ਵੀ ਪੁੱਛੋ। ਮਹਾਰਾਜ ਕਹਿੰਦੇ ਜਾਗੋ, ਇਹ ਨਾ ਹੋਏ ਕਿ ਭੇਡਾਂ ਦੀ ਤਰ੍ਹਾਂ ਪਿੱਛੇ ਤੁਰ ਪਏ ਹੋ ਕਿਸੇ ਦੇ, ਫਿਰ ਢੱਠੇ ਖੂਹ 'ਚ ਹੀ ਡਿੱਗਦਾ ਬੰਦਾ, ਫਿਰ ਪਛਤਾਉਂਦਾ ਹੀ ਹੈ। ਕਿਉਂਕਿ ਅੱਜ ਕੱਲ੍ਹ ਬੜਾ ਟਰੈਂਡ ਹੈ ਇਸ ਤਰ੍ਹਾਂ ਦਾ। ਮਹਾਰਾਜ ਕਹਿੰਦੇ ਆ ਇਹ ਦੇਖੋ, ਅਕਲ ਇਹ ਨਾ ਆਖੀਐ, ਅਕਲ ਗਵਾਈ ਹੈ ਬਾਦ। ਉਹ ਅਕਲੀ ਨਹੀਂ ਹੈ ਕਿ ਸਿਰਫ ਅਕਲ ਨੂੰ ਵਾਦ ਵਿਵਾਦ ਦੇ ਵਿੱਚ ਹੀ ਗਵਾ ਦਿੱਤਾ, ਬੰਦਗੀ ਤੇ ਕੀਤੀ ਨਹੀਂ, ਥੋੜ੍ਹਾ ਬਹੁਤ ਕੀਤਾ, ਐਵੇਂ ਚਰਚਾਵਾਂ ਛੇੜ ਲੀਆਂ, ਬਹਿਸਬਾਜ਼ੀਆਂ 'ਚ ਪੈ ਗਏ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਣ। ਅਕਲ ਦੇ ਨਾਲ ਸਾਹਿਬ ਦੀ ਵਾਹਿਗੁਰੂ ਦੀ ਬੰਦਗੀ ਕਰੋ, ਅਕਲ ਦੇ ਨਾਲ ਮਾਣ। ਇਹ ਨਾ ਕਿਸੇ ਦੇ ਗੁਲਾਮ ਹੀ ਨਾ ਬਣ ਜਿਓ, ਇਹ ਨਾ ਕਿ ਕਿਸੇ ਦੀ ਗੁਲਾਮੀ ਲੈ ਲਿਓ ਧਰਮ ਦੇ ਖੇਤਰ 'ਤੇ, ਕਿ ਕਿਸੇ ਦਾ ਤਵੀਤ ਘਰ ਗਲ, ਕਿਸੇ ਤਸਵੀਰ ਗਲ 'ਚ ਬਣ ਕੇ ਉਹਦੀ ਗੁਲਾਮੀ। ਮਹਾਰਾਜ ਕਹਿੰਦੇ ਜਾਗ ਜਾਇਓ, ਇੱਥੇ ਗੁਲਾਮ ਨਹੀਂ ਬਣਾਉਂਦਾ ਧਰਮ, ਇੱਥੇ ਮਲਕੀਅਤ ਦਿੰਦਾ ਧਰਮ, ਇੱਥੇ ਖਾਲਸਾਈ ਖੁਦਾਈ ਦਿੰਦਾ ਧਰਮ, ਇੱਥੇ ਹਮ ਰਾਖਤ ਪਾਤਸ਼ਾਹੀ ਦਾਵਾ ਦਿੰਦਾ ਧਰਮ, ਕਿਸੇ ਦੀ ਗੁਲਾਮੀ ਨਹੀਂ ਦਿੰਦਾ। ਸਾਹਿਬ ਜੀ ਇਹ ਕਹਿੰਦੇ ਅਕਲੀ ਸਾਹਿਬ ਸੇਵੀ, ਅਕਲੀ ਪਾਈ ਹੈ ਮਾਨ, ਅਕਲੀ ਪੜ੍ਹ ਕੇ ਬੁੱਝੀਏ। ਅਕਲੀ ਨੇਜ਼ਲ ਸਾਊਂਡ ਦੇ ਨਾਲ ਹੀ ਪੜ੍ਹਿਓ, ਅਨੁਨਾਸਿਕ ਧੁਨੀ ਨਾਲ, ਅਕਲ ਦੇ ਨਾਲ। ਅਕਲੀ ਪੜ੍ਹ ਕੇ ਬੁੱਝੀਏ। ਮਹਾਰਾਜ ਕਹਿੰਦੇ ਕਿਸੇ ਦੀ ਨਾ ਸੁਣੋ, ਕਿਸੇ ਦੇ ਕੋਲ ਨਾ ਜਾਓ, ਕਿਸੇ ਦੇ ਪਿੱਛੇ ਨਾ ਲੱਗੋ, ਆਪ ਇਸ ਬਾਣੀ ਨੂੰ ਖੋਲੋ, ਪੜ੍ਹੋ, ਸਮਝੋ ਤੇ ਆਪ ਹੀ ਫਿਰ ਫੈਸਲਾ ਕਰੋ ਜੀਵਨ ਦਾ। ਇਹ ਸਿੱਖ ਦਾ ਸਭ ਤੋਂ ਵੱਡਾ ਫਰਜ਼ ਹੈ। ਆਪ ਤੇ ਪੜ੍ਹਿਆ ਨਹੀਂ, ਫਿਰ ਮਹਾਰਾਜ ਕਹਿੰਦੇ ਨਹੀਂ, ਅਕਲੀ ਪੜ੍ਹ ਕੇ ਬੁੱਝੀਏ, ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਕੋਈ ਤੈਨੂੰ ਨਹੀਂ ਹਰਾ ਸਕਦਾ, ਕੋਈ ਗੁਲਾਮ ਨਹੀਂ ਬਣਾ ਸਕਦਾ। ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੈ ਦਾਨ। ਫਿਰ ਦਾਨ ਦੇਣ ਲੱਗਿਆਂ ਵੀ ਅਕਲ ਦੀ ਵਰਤੋਂ ਕਰੋ, ਕਿੱਥੇ ਦੇਣਾ ਕਿੱਥੇ ਨਹੀਂ ਦੇਣਾ। ਨਾਨਕ ਆਖੈ ਰਾਹ ਇਹੋ, ਹੋਰ ਗੱਲਾਂ ਸ਼ੈਤਾਨ। ਪਰ ਇਹਦੇ ਵਿੱਚ ਬੜੀ ਕਮਾਲ ਦੀ ਰਮਜ਼ ਹੈ ਕਿ ਇਕੱਲਾ ਦਾਨ ਸਾਡੀ ਦੌਲਤ ਦਾ ਨਹੀਂ ਹੁੰਦਾ। ਅਸਲ ਦਾਨ ਪਤਾ ਕੀ ਹੈ? ਅਕਲੀ ਪੜ੍ਹ ਕੇ ਬੁੱਝੀ ਹੈ। ਜਿਹਨੇ ਗੁਰੂ ਦੇ ਸ਼ਬਦ ਨੂੰ ਪੜ੍ਹ ਕੇ ਬੁੱਝ ਲਿਆ ਨਾ, ਫਿਰ ਜੋ ਗੁਰੂ ਦੇ ਸ਼ਬਦ ਵਿੱਚੋਂ ਸੱਚ ਪੜ੍ਹਿਆ, ਉਸ ਸ਼ਬਦ ਦਾ ਤੂੰ ਦਾਨ ਜ਼ਰੂਰ ਕਰੀਂ। ਉਸ ਪੜ੍ਹੇ ਹੋਏ ਦੀ ਕਥਾ ਵਿਚਾਰ ਭਾਵ, ਉਸ ਪੜ੍ਹੇ ਹੋਏ ਦੀ ਵਿਚਾਰ ਦੂਜੇ ਨੂੰ
ਭਟਕੇ ਹੋਏ ਨੂੰ ਦਸੀਂ ਵਿਦਿਆ ਵਿਚਾਰੀ ਤਾਂ ਪਰ ਇਹ ਤੇਰੇ ਜੀਵਨ ਦਾ ਸਭ ਤੋਂ ਵੱਡਾ ਦਾਨ ਹੋਏਗਾ। ਨਾਨਕ ਆਖੈ ਰਾਹ ਇਹੋ, ਹੋਰ ਗੱਲਾਂ ਸ਼ੈਤਾਨ, ਬਾਕੀ ਸਾਰੀ ਗੱਲਾਂ ਮਹਾਰਾਜ ਕਹਿੰਦੇ ਸ਼ੈਤਾਨੀ ਹੈ, ਬਸ ਮਾੜੇ ਰਸਤੇ ਵਾਲੀ ਹੈ ਜੀ। ਮਹਿਲਾ ਦੂਜਾ ਜੈਸਾ ਕਰੈ ਕਹਾਵੈ ਤੈਸਾ, ਐਸੀ ਬਣੀ ਜ਼ਰੂਰਤ ਹੋਵੇ ਲਿੰਗ ਝਿੰਗ ਨ ਹੋਵੇ, ਐਸੀ ਕਹੀਐ ਸੂਰਤ ਜੋ ਉਸ ਇੱਛੇ ਸੋ ਫਲ ਪਾਏ, ਤਾਂ ਨਾਨਕ ਕਹੀਐ ਮੂਰਤ। ਭਈ ਪਾਪ ਕਮਾਏਗਾ ਤੇ ਪਾਪਾਂ ਦੀ ਸਜ਼ਾ ਇੱਥੇ ਹੀ ਪਾ ਕੇ ਜਾਏਗਾ, ਭਾਵੇਂ ਉਹ ਧਰਮ ਦੇ ਮਾਰਗ ਦੀ ਹੋਏ ਤੇ ਭਾਵੇਂ ਉਹ ਅਧਰਮੀ ਮਾਰਗ ਦੀ ਹੋਏ। ਗੱਲ ਸਿਰਫ ਜਿਹੜਾ ਬੀਜ ਦਿੱਤਾ ਉਹ ਵੱਢਣਾ ਪੈਣਾ, ਭਾਵੇਂ ਉਹ ਧਰਮ ਦਾ ਬੁਰਕਾ ਪਾ ਕੇ ਕਰੇ ਤੇ ਜੇ ਭਾਵੇਂ ਉਹ ਪਾਪੀ ਬਣ ਕੇ ਕਰੇ ਤੇ ਭਾਵੇਂ ਡਾਕੂ ਬਣ ਕੇ, ਭਾਵੇਂ ਚੋਰ ਬਣ ਕੇ, ਕਿਸੇ ਰੂਪ ਦੇ ਵਿੱਚ ਵੀ ਹੈ। ਸਾਹਿਬ ਜੀ ਦਾ ਇਹ ਬਚਨ ਹੈ। ਮਹਾਰਾਜ ਜੀ ਕਹਿੰਦੇ ਧੰਨ ਗੁਰੂ ਅੰਗਦ ਸਾਹਿਬ ਜੀ, ਜੈਸਾ ਕਰੈ ਕਹਾਵੈ ਤੈਸਾ, ਜੋ ਤੂੰ ਕਰੇਂਗਾ ਨਾ ਬੰਦਿਆ ਤੇਰਾ ਨਾਮ ਉਹ ਪੈ ਜਾਣਾ। ਬਸ ਇਹ ਨਹੀਂ ਕਿ ਮਾਂ ਦੇ ਢਿੱਡੋਂ ਜੰਮ ਕੇ ਜਿਹੜਾ ਨਾ ਸੰਸਾਰੀ ਰੱਖਤਾ ਕਿ ਉਹ ਨਾ ਤੇਰਾ ਦਰਗਾਹ ਤੱਕ ਗੂੰਜੇਗਾ, ਇਹ ਨਾ ਇੱਥੇ ਰਹਿ ਜਾਣਾ, ਉਹ ਨਾ ਦਰਗਾਹੀ ਉਹ ਚੱਲਣਾ ਜਿਹੋ ਜੇ ਤੂੰ ਕਰਮ ਕੀਤੇ ਨੇ। ਬਸ ਜਿਹੋ ਜੇ ਸਾਡੇ ਕਰਮ ਨੇ ਉਹ ਨਾ ਉੱਥੇ ਜਾਏਗਾ। ਭਾਵੇਂ ਜੇ ਸੰਤਨ ਵਾਲੇ ਕਾਰਜ ਕਰ ਲਏ, ਬਸ ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੇ ਜਾਕੋ ਪਾਖ ਸੁਆਮੀ। ਜਿਹਦੇ ਪੱਖ ਦੇ ਵਿੱਚ, ਜਿਹਦੀ ਚਿੰਤਨ ਵਿੱਚ ਸੁਆਮੀ ਹੈ ਨਾ, ਉਹਦਾ ਨਾਂ ਸੰਤਨ ਹੈ ਭਾਈ, ਉਹਦਾ ਨਾਮ ਸਾਧ ਹੈ, ਉਹਦਾ ਬ੍ਰਹਮ ਗਿਆਨੀ। ਪਰ ਜਿਹਦੇ ਅੰਦਰ ਕੂੜ ਹੈ, ਫਿਰ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਫਿਰ ਜਿਨ ਵੀ ਆਖਿਆ ਮਹਾਰਾਜ ਜੀ ਨੇ, ਕਬੀਰ ਜੈ ਕਰ ਸਾਧਨਾ ਸੇਵੀਐ, ਹਰ ਕੀ ਸੇਵਾ ਨਾ ਹੈ, ਤੇ ਘਰ ਮਰਹਟ ਸਾਰਖ ਹੈ, ਭੂਤ ਬਸੈ ਤਿਨ ਮਾਹੇ। ਨਾਮ ਪੈ ਗਿਆ ਭਾਈ। ਕਲ ਮਹਿ ਪ੍ਰੇਤ ਜਿਨ ਰਾਮ ਨਾ ਪਛਾਤਾ, ਪੈ ਗਿਆ ਨਾਮ। ਸਾਹਿਬ ਜੀ ਕਹਿੰਦੇ ਜੈਸਾ ਕਰੈ ਕਹਾਵੈ ਤੈਸਾ, ਉਹੋ ਜਿਹਾ ਨਾਮ ਪੈਂਦਾ ਦਰਗਾਹ 'ਚ। ਐਸੀ ਬਣੀ ਜ਼ਰੂਰਤ, ਜ਼ਰੂਰਤ ਦਾ ਮਤਲਬ ਹੈ ਕਿ ਐਸੀ ਪਿਰਤ ਪਈ ਹੋਈ ਹੈ ਸੰਸਾਰ ਦੀ, ਨਾ ਸਿਰਫ ਸੰਸਾਰ ਦੀ ਪਰ ਨਿਰੰਕਾਰ ਦਾ ਅਸੂਲ ਇਹ ਹੈ ਕਿ ਇਹ ਕੁਦਰਤੀ ਅਸੂਲ ਹੈ ਕਿ ਜਿਹੋ ਜਿਹਾ ਕਰੇਗਾ, ਜ਼ਰੂਰਤ ਦਾ ਮਤਲਬ ਲੋੜ ਨਹੀਂ, ਜ਼ਰੂਰਤ ਦਾ ਮਤਲਬ ਕਾਨੂੰਨ। ਇਹੋ ਜਿਹਾ ਕਾਨੂੰਨ ਬਣਿਆ ਹੋਇਆ, ਨਿਆਂ ਬਣਿਆ ਹੋਇਆ ਸੰਸਾਰ ਦਾ। ਹੋਵੈ ਲਿੰਗ ਝਿੰਜ ਨ ਹੋਵੈ, ਕਹਿੰਦੇ ਆਪਣੇ ਆਪ ਨੂੰ ਤੇ ਤੂੰ ਕਹਾਉਂਦਾ ਬੜਾ ਗੁਣੀ ਹੈ, ਪਰ ਜੇ ਗੁਣ ਹੈਗੇ ਪਰ ਤੇਰੇ ਅੰਦਰ ਕਾਇਰਤਾ ਨਾ ਹੋਵੇ। ਝਿੰਜ ਦਾ ਮਤਲਬ ਹੈ ਕਾਇਰਤਾ। ਤੂੰ ਧਰਮੀ ਕਹਾ ਕੇ ਐ ਅੱਖਾਂ ਮੀਚ ਕੇ ਬਿੱਲੀ ਦੀ ਤਰ੍ਹਾਂ ਨਾ ਬਹਿ ਜਾਏ, ਤੇਰੇ ਅੰਦਰ ਬੋਲਣ ਦਾ ਜ਼ੋਰ ਵੀ ਹੋਏ, ਤਾਕਤ ਵੀ ਹੋਏ। ਦੂਸਰੀ ਗੱਲ ਮਹਾਰਾਜ ਕਹਿੰਦੇ ਤੂੰ ਧਰਮ ਦਾ ਬੁਰਕਾ ਪਾਇਆ ਤੇ ਤੂੰ ਬਲਤਕਾਰੀ ਨਾ ਹੋ ਜਾਏ, ਤੂੰ ਵਿਕਾਰਾਂ ਵਿੱਚ ਨਾ ਪੈ ਜਾਏ, ਤੂੰ ਚੋਰੀ ਜਾਰੀ 'ਚ ਨਾ ਪੈ ਜਾਏ, ਤੂੰ ਹੋਰ ਪਾਸੇ ਨਾ ਪੈ ਜਾਏ, ਤੂੰ ਹੋਰ ਮਾੜੇ ਕਰਮਾਂ 'ਚ ਨਾ ਪੈ ਜਾਏ। ਹੋਵੇ ਲਿੰਗ, ਚੰਗੇ ਗੁਣ ਹੋਵਣ, ਝਿੰਜ ਨਾ ਹੋਵੇ, ਵਿਕਾਰ ਨਹੀਂ ਹੋਵੇ ਜਿਹਦੇ ਅੰਦਰ ਝਿੰਜ। ਝਿੰਗ ਇਹ ਨੰਗਾ ਲਫ਼ਜ਼ ਹੀ ਪੜਿਓ, ਇਹ ਨੰਨਾ ਲਫ਼ਜ਼ ਜਿਹੜਾ ਨੰਗਾ ਚੱਲਦਾ ਨਾ, ਇਹੀ ਉਚਾਰਨ ਕਰਨਾ। ਝਿੰਗ ਨਾ ਹੋਵੇ ਐਸੀ ਕਹੀ ਹੈ ਸੂਰਤ, ਉਹਨੂੰ ਮਹਾਰਾਜ ਕਹਿੰਦੇ ਪੂਰਨ ਤੇਰੀ ਸੰਤ ਦੀ, ਸਾਧ ਦੀ, ਬ੍ਰਹਮ ਗਿਆਨੀ ਦੀ ਜਾਂ ਪੂਰਨ ਮਨੁੱਖ ਦੀ ਸੂਰਤ ਉਹੀ ਹੈ ਜਿਹਦੇ ਅੰਦਰ ਗੁਣ ਨੇ ਪਰ ਅਵਗੁਣ ਨਹੀਂ। ਜੋ ਉਸ ਇੱਛੇ ਸੋ ਫਲ ਪਾਏ, ਇਹੋ ਜਿਆਦਾ ਫਿਰ ਤੇ ਫਿਰ ਮਹਾਰਾਜ ਕਹਿੰਦੇ ਕਿ ਸਾਧੂ ਸਾਧੂ ਬੋਲੇ ਸਹਿਜ ਸੁਭਾਏ, ਸਾਧਕਾ ਬੋਲਿਆ ਬਿਰਥਾ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਜੋ ਉਸ ਇੱਛੇ ਸੋ ਫਲ ਪਾਏ, ਤਾਂ ਨਾਨਕ ਕਹੀਐ ਮੂਰਤ। ਕਹਿੰਦੇ ਉਹਨੂੰ ਪੂਰਨ ਮੂਰਤ ਭਾਵ ਉਹਨੂੰ ਪੂਰਨ ਪੁਰਖ ਆਖਿਆ ਜਾਂਦਾ ਹੈ, ਜਿਹੜਾ ਆਪਣੇ ਅੰਦਰ ਗੁਣ ਵਸਾਉਂਦਾ ਤੇ ਅਵਗੁਣਾ ਤੋਂ ਪਰਹੇਜ਼ ਕਰਦਾ ਹੈ ਜੀ। ਪੌੜੀ ਸਤਿਗੁਰ ਅੰਮ੍ਰਿਤ ਬਿਰਖ ਹੈ, ਅੰਮ੍ਰਿਤ ਰਸ ਫਲਿਆ, ਜਿਸ ਪ੍ਰਾਪਤ ਸੋ ਲਹੈ, ਗੁਰ ਸ਼ਬਦੀ ਮਿਲਿਆ। ਗੁਰੂ ਅੰਮ੍ਰਿਤ ਬਿਰਖ ਹੈ, ਇੱਥੋਂ ਰਸ ਮਿਲਣਾ ਹੀ ਮਿਲਣਾ। ਜਿਹੜਾ ਇਸ ਅੰਮ੍ਰਿਤ ਬਿਰਖ ਦੀ ਛਾਂ ਹੇਠ ਆਏਗਾ ਉਹਨੂੰ ਬਖਸ਼ਿਸ਼ ਮਿਲਣੀ ਹੈ, ਪਰ ਉਹਨੂੰ ਮਿਲਣੀ ਹੈ ਜਿਹੜਾ ਗੁਰੂ ਸ਼ਬਦ ਦੀ ਕਮਾਈ, ਗੁਰੂ ਸ਼ਬਦ ਵਾਲੇ ਜੀਵਨ ਦੇ ਵਿੱਚ ਆਇਆ। ਜਿਸ ਪ੍ਰਾਪਤ ਸੋਲਾ ਹੈ, ਗੁਰ ਸ਼ਬਦ ਹੀ ਮਿਲਿਆ, ਜਿਹੜੀ ਸੁਰਤ ਤੇ ਸ਼ਬਦ ਦਾ ਮਿਲਾਪ ਕਰਦਾ ਹੈ ਜੀ। ਸਤਿਗੁਰ ਕੈ ਪਾਣੈ ਜੋ ਚੱਲੈ, ਹਰ ਸੇਤੀ ਰਲਿਆ, ਜਮ ਕਾਲ ਜੋ ਨਾ ਸਕਈ, ਘਟ ਚਾਨਣ ਬਲਿਆ। ਅੱਗੇ ਸਾਹਿਬ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ, ਸਤਿਗੁਰ ਕੈ ਭਾਣੈ ਜੋ ਚੱਲੈ, ਹਰ ਸੇਤੀ ਰਲਿਆ। ਉਸ ਵਾਹਿਗੁਰੂ ਜੀ ਦੇ ਭਾਣੇ ਦੇ ਵਿੱਚ ਚੱਲਣਾ
ਵਾਹਿਗੁਰੂ ਜੀ ਦੇ ਵਿੱਚ ਮਿਲ ਜਾਣਾ, ਹਰ ਸੇਤੀ ਰਲਿਆ ਹਰ ਜੀ ਦੇ ਨਾਲ ਮਿਲ ਜਾਣਾ। ਜਮ ਕਾਲ ਜੋਹੇ ਨਾ ਸਕੀ ਘਟ ਚਾਨਣ ਬਲਿਆ। ਜਿਹਦੇ ਅੰਦਰ ਵਾਹਿਗੁਰੂ ਜੀ ਦੇ ਸ਼ਬਦ ਦਾ ਚਾਨਣ ਹੈ, ਉਹਦਾ ਜਮ ਵੀ ਵਾਲ ਵਿੰਗਾ ਨਹੀਂ ਕੱਢ ਸਕਦੇ ਜੀ। ਨਾਨਕ ਬਖਸ਼ ਮਿਲਾਏ ਅਨ ਫਿਰ ਗਰਭ ਨਾ ਗਲਿਆ। ਨਾਨਕ ਬਖਸ਼ ਮਿਲਾਏ ਅਨ ਫਿਰ ਗਰਭ ਨਾ ਗਲਿਆ। ਗੁਰੂ ਦੇ ਦਰ ਤੇ ਬਖਸ਼ਿਸ਼ ਵੱਡੀ ਹੁੰਦੀ ਹੈ, ਕਿਰਪਾ ਮਿਹਰ ਤਰਸ ਵੱਡਾ ਹੁੰਦਾ ਹੈ। ਬਾਕੀ ਸਾਰੀ ਗੱਲਾਂ ਫਿੱਕੀਆਂ ਨੇ, ਸਾਰੀ ਗੱਲਾਂ ਕੂੜ ਨੇ, ਸਾਰੀ ਗੱਲਾਂ ਸ਼ੈਤਾਨ ਨੇ। ਨਾਨਕ ਬਖਸ਼ ਮਿਲਾਇਨ, ਬਖਸ਼ਿਸ਼ ਹੈ। ਤੇ ਬਖਸ਼ਿਸ਼ ਉਹਨੂੰ ਹੁੰਦੀ ਹੈ ਜਿਹੜਾ ਹੁਕਮ ਦੇ ਵਿੱਚ ਹੈ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਇਹਨੂੰ ਇਮਾਰਤ ਜੀ ਜ਼ਿਕਰ ਕਰਕੇ ਕਹਿੰਦੇ ਆ। ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ। ਇਹ ਨਦਰ ਉਹਦੇ ਤੇ ਹੋਏਗੀ ਜਿਹੜਾ ਹੁਕਮ ਨੂੰ ਕਮਾ ਕੇ ਆਏਗਾ, ਜਿਹੜੇ ਇਸ ਖੰਡਾਂ ਵਿੱਚੋਂ ਜਿਹੜਾ ਸੱਚੀ ਮੁੱਚੀ ਗਿਆਨ, ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਕਰਮ ਖੰਡ, ਸੱਚ ਖੰਡ ਤੱਕ ਦੀ ਅਵਸਥਾ ਨੂੰ ਸਮਝੇਗਾ। ਤੇ ਮਹਾਰਾਜ ਕਹਿੰਦੇ ਜਿਹਦੇ ਉੱਤੇ ਬਖਸ਼ਿਸ਼ ਹੈ ਉਹਨੂੰ ਮਿਲਾ ਲੈਂਦੇ, ਫਿਰ ਗਰਭ ਨਾ ਗਲਿਆ, ਫਿਰ ਜੂਨੀਆਂ ਦੇ ਵਿੱਚ ਉਹ ਪੁਰਖ ਨਹੀਂ ਗਲਦਾ। ਇੱਥੇ ਸਮੇਂ ਦੀ ਸਮਾਪਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰੋੜਾਂ ਵਾਰੀ ਸ਼ੁਕਰਾਨਾ। ਆਪ ਸੰਗਤਾਂ ਦਾ ਸ਼ੁਕਰਾਨਾ, ਭਾਈ ਸਾਹਿਬ ਦੇ ਸ਼ੁਕਰਗੁਜ਼ਾਰ ਹਾਂ। ਸਤਿਗੁਰ ਜੀ ਦੀ ਬਾਣੀ ਦੀ ਵਿਚਾਰ ਕਰਦਿਆਂ, ਸ਼ਬਦ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਬਖਸ਼ ਦੇਣਾ ਜੀ। ਵਿਚਾਰ ਦੇ ਸ਼ਬਦ ਦੀ ਵਿਚਾਰ ਦਾ ਕੋਈ ਦਾਵਾ ਨਹੀਂ ਹੈ ਜੀ ਕਿ ਇਹ ਹੀ ਅੰਤਿਮ ਸੱਚ ਹੈ। ਇੱਕ ਯਤਨ ਹੈ ਬਸ ਨਿਮਾਣਾ ਜਾ, ਤਾਂ ਕਿ ਨਾਨਕ ਤਰੈ ਤਾਰੇ ਗੁਰਸਿੱਖ, ਕਿ ਥੋੜ੍ਹੀ ਜਿਹੀ ਚਿਣਕ ਸਾਡੇ ਹਿਰਦੇ 'ਚ ਵਸ ਸਕੇ, ਤਾਂ ਕਿ ਅਸੀਂ ਆਉਣ ਵਾਲੀ ਪਨੀਰੀ ਨੂੰ ਇਸ ਬਾਣੀ ਨਾਲ ਜੋੜ ਸਕੀਏ। ਭੁੱਲਾਂ ਚੁੱਕਾਂ ਦੀ ਖਿਮਾ ਹੈ ਜੀ। ਸਾਰੇ ਫਤਿਹ ਬੁਲਾਓ, ਕਿਉਂਕਿ ਭਾਈ ਸਾਹਿਬ ਜੀ ਨੇ ਹੁਣੇ ਆਪ ਜੀ ਨੂੰ 25 ਤਰੀਕ ਦੇ ਸਮਾਗਮਾਂ ਬਾਰੇ ਦੱਸਿਆ। 2 ਹਜ਼ੂਰੀ ਰਾਗੀ ਵਾਹਿਗੁਰੂ ਹਜ਼ੂਰੀ ਰਾਗੀ ਜਿੱਥੇ ਨਹੀਂ ਕਾਨਪੁਰੀ ਮਨਪ੍ਰੀਤ ਸਿੰਘ ਕਾਨਪੁਰੀ ਦਾ ਸਮਾਗਮ ਹੈ ਲੰਗਰ ਦਾ। ਇਸ ਤੋਂ ਉਪਰੰਤ ਜਿਹੜਾ 3 ਅਕਤੂਬਰ ਦਾ ਸਮਾਗਮ ਹੈ, ਉਸ ਸਮਾਗਮ ਦੇ ਵਿੱਚ 2 ਹਜ਼ੂਰੀ ਰਾਗੀ ਜੱਥੇ ਆ ਰਹੇ ਨੇ। ਔਰ ਖਾਸ ਕਰਕੇ ਬੜੇ ਪਿਆਰ ਵਾਲੇ ਸਾਡੇ ਸੰਗਤ ਦੇ ਵਿੱਚ ਵੀ ਬਹੁਤ ਸਾਰੇ ਜੀ, ਵੈਸੇ ਤੇ ਸਾਰੇ ਰਜੌਰੀ ਗਾਰਡਨ ਸਾਰੇ ਆਸੇ ਪਾਸੇ ਅਸੀਂ ਪਿਆਰ ਵਾਲਿਆਂ ਨੂੰ ਇਸ ਸਮੇਂ ਦੇ ਵਿੱਚ ਵਿਛੋੜਾ ਪਾ ਚੁੱਕੇ ਹਾਂ ਉਹਨਾਂ ਨਾਲ। ਉਹਨਾਂ ਦੀ ਅੰਤਿਮ ਅਰਦਾਸ, ਉਹਨਾਂ ਦੇ ਲਈ ਅਰਦਾਸ ਅਸੀਂ ਜੁੜੀਏ। 2 ਹਜ਼ੂਰੀ ਰਾਗੀ ਜੱਥੇ ਨੇ ਤੇ ਦਾਸ ਵੀ 5-10 ਮਿੰਟ ਵਾਸਤੇ ਆਪ ਸੰਗਤਾਂ ਦੀ ਹਾਜ਼ਰੀ ਭਰੇਗਾ। ਉਹਨਾਂ ਗੁਰਸਿੱਖਾਂ ਲਈ ਅਰਦਾਸ ਕਰਾਂਗੇ, ਮਿਲ ਕੇ ਬੈਠਾਂਗੇ। 3 ਅਕਤੂਬਰ ਦੀ ਜਿਹੜੀ ਇਹ ਸਮੁੱਚੇ ਤੌਰ ਤੇ ਸਾਂਝਾ ਸਮਾਗਮ ਹੈ, ਆਪ ਸਾਰੇ ਹਾਜ਼ਰੀ ਭਰਿਓ ਜੀ। ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ, ਮੈਂ ਨਾਹੀ ਕਛ ਹਉ ਨਹੀਂ, ਕਿਛ ਆਏ ਨਾ ਮੋਰਾ। ਅਵਸਰ ਲੱਜਾ ਰਾਖ ਲੈ, ਸਦਨਾ ਜਨ ਤੋਰਾ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸ਼ਰਣਾਏ ਜਿਉ। ਮੈਂ ਆਸਾਂ ਰੱਖੀ ਚਿਤ ਮੈਂ, ਮੇਰਾ ਸਭੋ ਦੁੱਖ ਗਵਾਏ ਜਿਉ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਿਲਾ ਪੰਜਵਾਂ। ਮਨ ਤਨ ਪ੍ਰਭ ਆਰਾਧੀਐ, ਮਿਲ ਸਾਧ ਸਮਾਗੈ। ਉਚਰਤ ਗੁਣ ਗੋਪਾਲ ਜਸ, ਦੂਰ ਤੇ ਜਮ ਭਾਗੈ।
ਮਨ ਤਨ ਪ੍ਰਭ ਆਰਾਧੀਐ, ਮਿਲ ਸਾਧ ਸਮਾਗੈ। ਉਚਰਤ ਗੁਣ ਗੋਪਾਲ ਜਸ, ਦੂਰ ਤੇ ਜਮ ਭਾਗੈ। ਰਾਮ ਨਾਮ ਜੋ ਜਨ ਜਪੈ, ਅਨ ਦਿਨ ਸਦ ਜਾਗੈ। ਤੰਤ ਮੰਤ ਨਹਿ ਜੋ ਹਈ, ਤਿਤ ਚਾਖ ਨਾ ਲਾਗੈ। ਰਹਾਉ ਕਾਮ ਕ੍ਰੋਧ ਮਦ ਮਾਨ ਮੋਹ, ਬਿਨ ਸੇ ਅਨਰਾਗੈ। ਆਨੰਦ ਮਗਨ ਰਸ ਰਾਮ ਰੰਗ, ਨਾਨਕ ਸ਼ਰਨਾਗੈ। ਕਾਮ ਕ੍ਰੋਧ ਮਦ ਮਾਨ ਮੋਹ, ਬਿਨ ਸੇ ਅਨਰਾਗੈ। ਆਨੰਦ ਮਗਨ ਰਸ ਰਾਮ ਰੰਗ, ਨਾਨਕ ਸ਼ਰਨਾਗੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਰਾਗ ਗੌੜੀ ਦੀਪਕੀ ਮਹਿਲਾ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ, ਸਿਮਰਿਓ ਸਿਰਜਨਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਸ ਸੋਹਿਲੇ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਤੇਰਾ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਨ ਸ਼ੁਮਾਰ। ਸੰਬਸਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣ ਅਸੀਸੜੀਆਂ। ਜੋ ਹੋਵੇ ਸਹਿਬ ਸੋ ਮੇਲ, ਘਰ ਘਰ ਇਹੋ ਪਾਹੁਚਾ। ਸਦੜੇ ਨਿਤ ਪਾਵਨ, ਸਦਨਹਾਰਾ ਸਿਮਰਿਐ। ਨਾਨਕ ਸੇ ਦੇਹ ਆਵਨ। ਰਾਗ ਆਸਾ ਮਹਿਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ਼ ਅਨੇਕ। ਬਾਬਾ ਜੈ ਕਰ ਕਰਤੇ ਕਿਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆਂ ਪਹਿਰਾਂ, ਥਿਤੀ ਵਾਰੀ ਮਹਾ ਹੁਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ਼। ਰਾਗ ਧਨਾਸਰੀ ਮਹਿਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਵਨ ਚਵਰ ਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ, ਪਾਵਖੰਡ ਨਾ ਤੇਰੀ ਆਰਤੀ। ਅਨਹਤਾ ਸ਼ਬਦ ਵਜੰਤ ਭੇਰੀ ਰਹਾਉ। ਸਹਸ ਤਵ ਨੈਣ ਨਨ ਨੈਣ ਹੈ ਤੋਹਿ ਕਉ, ਸਹਸ ਮੂਰਤ ਨ ਨਾਇਕ ਤੋਹੀ। ਸਹਸ ਪਦ ਬਿਮਲ ਨਾਨ ਇਕ ਪਦ ਗੰਧ ਬਿਨ, ਸਹਸ ਤਵ ਗੰਧ ਏਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨ ਦਿਨੋ ਮੋਇਆਏ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹਿਲਾ ਚੌਥਾ।